ਬੀਬੀ ਜਗੀਰ ਕੌਰ ਜਦੋਂ ਕਹਿੰਦੇ ਬਗਾਵਤ ਕਰ ਗਈ ਤਾਂ ਅਕਾਲੀ ਦਲ ਨੇ ਬਾਅਦ ਦਾ ਰਸਤਾ ਤਾਂ ਦਿਖਾਤਾ। ਇਸ ਕਮੇਟੀ ਦੇ ਵਿੱਚ ਜਿੱਥੇ ਅਹੁਦਿਆਂ ਦੀ ਦੌੜ, ਜਿੱਥੇ ਇੱਕ ਦੂਏ ਨੂੰ ਨੀਵਾਂ ਦਿਖਾਉਣ ਦੀ ਦੌੜ, ਜਿੱਥੇ ਅਹੁਦਿਆਂ ਨੂੰ ਲੈਣ ਦੀ ਦੌੜ, ਸਰਦਾਰ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਬਾਦਲ ਦੇ ਕੈਂਡੀਡੇਟ ਨੇ, ਅਸੀਂ ਉਹਨਾਂ ਦੇ ਖਿਲਾਫ। ਬੀਬੀ ਜਗੀਰ ਕੌਰ ਜਿਹੜੇ ਸਾਲੋਂ ਸਾਲ ਅਕਾਲੀ ਦਲ ਦੇ ਨਾਲ ਜੁੜੇ ਰਹੇ, ਅਕਾਲੀ ਦਲ ਨੂੰ ਡਿਫੈਂਡ ਵੀ ਕਰਦੇ ਰਹੇ ਔਰ ਕੋਈ ਸੋਚ ਨਹੀਂ ਸੀ ਸਕਦਾ ਕਿ ਬੀਬੀ ਜਗੀਰ ਕੌਰ ਬਗਾਵਤ ਕਰ ਸਕਦੇ। ਲਿਫਾਫਾ ਕਲਚਰ ਦੇ ਖਿਲਾਫ ਸਭ ਤੋਂ ਪਹਿਲਾਂ ਅਸੀਂ ਬਿਆਨ ਦੇ ਕੇ ਸ਼ੁਰੂ ਕੀਤਾ ਸੀ ਬਈ ਅਸੀਂ ਤੁਹਾਡਾ ਲਿਫਾਫਾ ਬਰਬਾਦ ਨਹੀਂ ਹੋਣ ਦੇਣਾ। ਸਾਡੇ ਲਈ ਤਾਂ ਅਕਾਲੀ ਦਲ ਬਾਦਲ ਵੱਲੋਂ ਧਾਮੀ ਸਾਹਿਬ ਆ ਜਾਣ, ਤੁਸੀਂ ਆ ਜਾਓ, ਬਨੂਗਰ ਸਾਹਿਬ ਆ ਜਾਣ ਜਾਂ ਆਪਣਾ ਲੌਂਗੋਵਾਲ ਸਾਹਿਬ ਆ ਜਾਣ, ਸਾਰਿਆਂ ਦੇ ਖਿਲਾਫ ਅਸੀਂ ਲੜਦੇ ਨੇ ਤੇ ਲੜਾਂਗੇ, ਆਉਣ ਵਾਲੇ ਸਮੇਂ 'ਚ ਵੀ ਲੜਾਂਗੇ। ਫਿਰ ਇਹ ਤਾਂ ਸਾਡਾ ਫਰਜ਼ ਹੈ ਕਿ ਅਸੀਂ ਕੌਮ ਨੂੰ ਦੱਸਾਂਗੇ ਨਾ ਜੀ ਕਿ ਆਹ ਕੁਝ ਹੋਣ ਲੱਗਿਆ ਤੇ ਆਹ ਅਸੀਂ ਕਹਿਣਾ ਚਾਹੁੰਦੇ ਆ, ਇਹਦੇ ਵਿੱਚ ਤੁਸੀਂ ਨਿਰਣਾ ਕਰ ਲਓ ਕੌਣ ਗਲਤ ਹੈ ਕੌਣ ਠੀਕ ਆ। ਤਾਂ ਮੈਨੂੰ ਲੱਗਦਾ ਵੀ ਉਹਨਾਂ ਨੇ ਵੋਟ ਪਾਉਣ ਤੋਂ ਬਾਦਲ ਦਲ ਨੂੰ ਇਨਕਾਰ ਕਰਤਾ, ਤੋ ਇਹ ਕਹਿਣ ਲੱਗੇ ਜੀ ਬੀਜੇਪੀ ਆ ਗਈ ਇਹਦੇ ਪਿੱਛੇ। ਮੈਂ ਤਾਂ 17 'ਚ ਤੁਹਾਨੂੰ ਦੱਸ ਸਕਦਾ, ਜਦੋਂ ਅਸੀਂ 2017 ਦੀ ਚੋਣ ਕਰਾਈ ਸੀ ਉਦੋਂ ਅਕਾਲੀ ਦਲ ਬਾਦਲ ਕਹਿੰਦਾ ਸੀਗਾ ਜੀ ਇਹਨਾਂ ਦੇ ਪਿੱਛੇ ਕਾਂਗਰਸ ਹੈ, ਇਹ ਕਾਂਗਰਸ ਦੀ ਬੀ ਟੀਮ ਹੈ। ਕਦੇ ਆਪ ਦੀ ਬਣਾ ਦਿੰਦੇ ਨੇ, ਹੁਣ ਬੀਜੇਪੀ ਦੀ ਬਣਾ ਦਿੰਦੇ ਨੇ ਤੇ ਫਿਰ ਉੱਠ ਕੇ ਜਿਹੜੇ ਅਕਾਲੀ ਮਾਰਦੇ ਨਾ ਜੱਕੜ, ਇਹ ਫਲਾਣੀ ਟੀਮ ਹੈ, ਢਿਮਕੀ ਟੀਮ ਹੈ। ਹਾਲ ਦੇਖ ਲਓ ਜਾ ਕੇ ਆਪਣੀ ਸ਼੍ਰੋਮਣੀ ਕਮੇਟੀ ਦੇ ਵਿੱਚ। ਮੈਂ ਪਹਿਲੀ ਤਾਂ ਗੱਲ ਇਹ ਕਹਿਣਾ ਕਿ ਧਰਮ ਧੰਦਾ ਨਹੀਂ। ਦੇਖੋ ਜੀ, ਸਾਡੇ ਕੋਲ ਤਕਰੀਬਨ 37 ਸਕੂਲ ਨੇ, 11 ਕਾਲਜ ਨੇ, ਇੱਕ ਯੂਨੀਵਰਸਿਟੀ ਆ, ਮੋਟਾ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਦਾ ਨਾਂ ਦਾ ਹਸਪੀਟਲ ਹੈ। ਹੁਣ ਜਦੋਂ ਅਸੀਂ ਇਹਦੀ ਸੱਚਾਈ ਦੱਸਾਂਗੇ ਫਿਰ ਇਹ ਕਹਿਣਗੇ ਜੀ ਇਹ ਇਲਜ਼ਾਮ ਨੇ। ਦੋ ਗੱਲਾਂ, ਡੇਰਾ ਸਿਰਸਾ ਦੀ ਮਾਫੀ ਤੇ ਇੱਕ ਬਰਗਾੜੀ ਕਾਂਡ, ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਤਿੰਨ ਘਟਨਾਵਾਂ ਨੇ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਇੱਕਦਮ ਭੜਕ ਜਾਂਦੇ ਨੇ ਅਕਾਲੀ। ਸਿੱਖਾਂ ਦੇ ਹਿਰਦੇ ਸੜੇ ਤੇ ਸਿੱਖ ਸੜਕਾਂ ਤੇ ਬੈਠੇ। ਸਾਡੇ ਵਰਗਿਆਂ ਨੇ ਸ਼੍ਰੋਮਣੀ ਕਮੇਟੀ ਤੋਂ ਅਸਤੀਫੇ ਦੇ ਤੇ ਯਾਰ ਇਦੋਂ ਵੱਧ ਲਾਹਣਤਾ ਇਹੀ ਜੀ ਕਮੇਟੀ ਦੇ ਵਿੱਚ ਰਹਿਣ ਦਾ, ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਇੱਕ ਐਡੀ ਵੱਡੀ ਬੇਅਦਬੀ ਜਿਹੜੀ ਕਦੇ ਸਦੀਆਂ 'ਚ ਨਹੀਂ ਸੀ ਸਿੱਖਾਂ ਨੇ ਦੇਖੀ। ਸਤਿ ਸ਼੍ਰੀ ਅਕਾਲ ਜੀ। ਇਸ ਵਾਰ ਦੀ ਜੇ ਕਹੀਏ ਕਿ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਚੁਣਿਆ ਜਾਂਦਾ ਤਾਂ ਉਸ ਨੂੰ ਲੈ ਕੇ ਉਦੋਂ ਪਹਿਲਾਂ ਕਹੀਏ ਜਿਸ ਤਰ੍ਹਾਂ ਦੇ ਨਾਲ ਕਈ ਦਿਨ ਲਗਾਤਾਰ ਕਸ਼ਮਕਸ਼ ਚੱਲਦੀ ਰਹੀ ਤਾਂ ਉਹਦੇ ਵਿੱਚ ਇਹ ਸੀ ਪ੍ਰਧਾਨ ਕੌਣ ਬਣੂ। ਬੀਬੀ ਜਗੀਰ ਕੌਰ ਜਦੋਂ ਕਹਿੰਦੇ ਬਗਾਵਤ ਕਰ ਗਈ ਤਾਂ ਅਕਾਲੀ ਦਲ ਨੇ ਬਾਅਦ ਦਾ ਰਸਤਾ ਤਾਂ ਦਿਖਾਤਾ। ਪਰ ਸਵਾਲ ਸਭ ਤੋਂ ਵੱਡਾ ਇਹ ਸੀਗਾ ਕਿ ਆਖਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਿਸ ਤਰ੍ਹਾਂ ਦੇ ਆਰੋਪ ਲੱਗਦੇ ਰਹਿੰਦੇ ਨੇ, ਚਾਹੇ ਸਿਆਸੀ ਧਿਰਾਂ ਲਾਉਣ, ਪਰ ਦੂਜੇ ਪਾਸੇ ਅਸਲ ਮਕਸਦ ਕਿ ਆਖਰ ਜਿਹੜੀ ਗੁਰੂ ਦੀ ਸੇਵਾ ਹੈ ਉਹ ਚੰਗੇ ਢੰਗ ਦੇ ਨਾਲ ਹੋ ਪਾਵੇ। ਤਾਂ ਬੀਬੀ ਜਗੀਰ ਕੌਰ ਕਹਿੰਦੇ ਉਹਨਾਂ ਨੇ ਕਈ ਕਿੰਤੂ ਪਰੰਤੂ ਵੀ ਕਰਤਾ ਕਈ ਚੀਜ਼ਾਂ ਨੂੰ, ਪਰ ਫਾਈਨਲੀ ਇਹ ਹੋ ਗਿਆ ਕਿ ਵੋਟਾਂ ਜਿਹੜੀਆਂ ਉਹਨਾਂ ਨੂੰ ਪਈਆਂ। ਹੁਣ ਸਵਾਲ ਇਹ ਕਿ ਆਖਰ ਉਹ ਵਿਰੋਧੀ ਕੌਣ। ਬਾਦਲ ਦਲ ਵਾਸਤੇ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਉਦੋਂ ਵੀ ਵੱਡੀ ਚਿੰਤਾ ਖੜੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਵਾਸਤੇ। ਤੇ ਸਾਡੇ ਨਾਲ ਭਾਈ ਜੀ ਹੈਗੇ ਨੇ ਐਗਜ਼ੀਕਿਊਟਿਵ ਦੇ ਵਿੱਚ ਮੈਂਬਰ ਚੁਣੇ ਗਏ ਨੇ ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਜੀ, ਦੇਖਿਆ ਜਾਵੇ ਜਿਵੇਂ ਇਹਦੀ ਕਸ਼ਮਕਸ਼ ਪਹਿਲਾਂ ਚੱਲੀ ਉਹ ਹੁਣ ਬਾਅਦ ਵੀ ਕੀ ਰਹੂਗੀ, ਕਿਉਂਕਿ ਜਿੰਨੇ ਲੋਕ ਬਾਹਰ ਦੇਖਦੇ ਸੀਗੇ ਭਾਵੇਂ ਪ੍ਰਧਾਨ ਬੀਬੀ ਜੀ ਨਹੀਂ ਬਣੇ ਪਰ ਲੋਕਾਂ ਨੂੰ ਉਮੀਦਾਂ ਬਹੁਤ ਜਾਗ ਗਈਆਂ ਉਦੋਂ ਬਾਅਦ ਵੀ ਖੈਰ ਹੁਣ ਕੋਈ ਬਦਲਾਅ ਹੋਊਗਾ। ਤੁਹਾਨੂੰ ਲੱਗਦਾ ਐਗਜ਼ੀਕਿਊਟਿਵ 'ਚ ਰਹਿ ਕੇ ਇੰਨਾ ਕੁ ਦਬਾਅ ਬਣਾ ਪਾਉਂਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਦੀ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਲਗਾਤਾਰ ਕੰਟੀਨਿਊ ਦੂਸਰੀ ਟਰਮ ਦੇ ਵਿੱਚ ਆਇਆ। ਇਸ ਤੋਂ ਪਹਿਲਾਂ ਵੀ ਮੈਂ ਐਗਜ਼ੈਕਟਿਵ ਦੇ ਵਿੱਚ ਸੀਗਾ। ਉਸ ਐਗਜ਼ੈਕਟਿਵ ਦੇ ਵਿੱਚ ਮੈਂ ਇਕੱਲਾ ਸੀ, ਇਸ ਵਾਰ ਅਸੀਂ ਤਿੰਨ ਹਾਂ। ਇਕੱਲਾ ਹੋਣ ਦੇ ਬਾਵਜੂਦ ਕੁਛ ਮਸਲੇ ਸੀ ਜਿਨ੍ਹਾਂ ਨੂੰ ਮੈਂ ਟਿਪਸ ਤੇ ਨੇ, ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਵਿੱਚ ਇਹਨਾਂ ਨੇ ਸ਼ੀਸ਼ੇ ਲਾ ਦਿੱਤੇ ਸੀਗੇ, ਉਹਦੀ ਮੈਂ ਆਵਾਜ਼ ਚੱਕੀ ਕਿਉਂਕਿ ਹਰਿਮੰਦਰ ਸਾਹਿਬ ਦੀ ਬਿਲਡਿੰਗ ਇੱਕ ਹਿਸਟੋਰੀਕਲ ਬਿਲਡਿੰਗ ਹੈ। ਉਹਦਾ ਨਕਸ਼ਾ ਗੁਰੂ ਸਾਹਿਬ ਨੇ ਆਪ ਬਣਾਇਆ, ਭਾਵੇਂ ਉਹ ਕਈ ਵਾਰ ਬਣ ਚੁੱਕੀ ਹੈ। ਤਾਂ ਮੈਂ ਇਹ ਕਿਹਾ ਕਿ ਜੇ ਅਸੀਂ ਇਹਦੇ ਨਾਲ ਇਸ ਤਰ੍ਹਾਂ ਦੀ ਛੇੜਛਾੜ ਕਰ ਲਈ, ਹਾਲਾਂਕਿ ਇਹਨਾਂ ਨੇ ਉਹ ਬੇਅਦਬੀ ਦੇ ਕਾਰਨ ਜਦੋਂ ਉੱਥੇ ਇੱਕ ਭਈਏ ਨੇ ਜਾ ਕੇ ਬੇਅਦਬੀ ਕਰਤੀ ਸੀ, ਕੱਲ੍ਹ ਨੂੰ ਵੈਂਟੀਲੇਸ਼ਨ ਰੋਕਣ ਦੇ ਨਾਲ ਕਿਤੇ ਨਾ ਕਿਤੇ ਕੋਈ ਥੋੜ੍ਹਾ ਬਹੁਤਾ ਵੀ ਬਿਲਡਿੰਗ ਨੂੰ ਨੁਕਸਾਨ ਹੋਇਆ ਤਾਂ ਉਸ ਵਕਤ ਪਾਰਟ ਆਫ ਦੀ ਹਿਸਟਰੀ ਇਹ ਬਣੂਗਾ ਕਿ ਉਹ ਲੋਕ ਸੀ ਜੀ, ਉਹ ਐਗਜ਼ੈਕਟਿਵ ਨੇ ਪਾਸ ਕੀਤਾ ਸੀ, ਇਸ ਲਈ ਇਹ ਪਾਪ ਆਪਾਂ ਨਾ ਕਰੀਏ ਤਾਂ ਉਹ ਠੀਕ ਕੀਤਾ ਜਾਵੇ। ਕੁਝ ਸਾਡੀਆਂ ਹਿਸਟੋਰੀਕਲ ਬਿਲਡਿੰਗਾਂ ਨੇ, ਉਹਨਾਂ ਦੇ ਨਾਂ ਚੇਂਜ ਦੀ ਕੋਸ਼ਿਸ਼ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਸ਼ੁਰੂ ਹੋਈ, ਮੇਰੇ ਧਿਆਨ ਵਿੱਚ ਆਇਆ ਤੇ ਮੈਂ ਉਹ ਸਾਹਮਣੇ ਰੱਖੀ ਕਿ ਇਹ ਕੀ ਹੋ ਰਿਹਾ। ਘੰਟਿਆਂ ਦੇ ਵਿੱਚ ਉਹ ਠੀਕ ਕੀਤੀ। ਉਸ ਤੋਂ ਇਲਾਵਾ ਇਹਨਾਂ ਨੇ ਕੁਛ ਬੰਦੀ ਸਿੰਘਾਂ ਦੇ ਲਈ 5-5 ਲੱਖ ਰੁਪਈਆ ਰੱਖਿਆ। ਭਾਈ ਲਾਲ ਸਿੰਘ ਅਕਾਲਗੜ੍ਹ 28 ਸਾਲ ਜੇਲ੍ਹ ਦੇ ਵਿੱਚ ਲਾ ਕੇ ਆਏ ਤੇ ਮੈਂ ਪੁੱਛਿਆ ਕਿ ਫਿਰ ਉਹਨਾਂ ਵਾਸਤੇ, ਉਹਨਾਂ ਨੇ ਵੀ ਕੌਮ ਦੇ ਲਈ ਜੇਲ੍ਹ ਕੱਟੀ ਆ ਤੇ ਹਾਂ, ਉਹਨਾਂ ਨੂੰ ਫਿਰ ਜਿਹੜਾ 5 ਲੱਖ ਰੁਪਈਆ
ਮੇਰੇ ਕਹਿਣ ਤੋਂ ਜਿਹੜਾ ਉੱਥੇ ਉਹਨਾਂ ਦੇ ਲਈ ਮੇਰੀ ਲਿਖਤ ਦੇ ਉੱਤੇ ਜਿਹੜਾ ਇਹ ਪਾਸ ਹੋਇਆ ਐਜ਼ ਏ ਆਪੋਜੀਸ਼ਨ ਦੇ ਤੌਰ ਤੇ। ਹਾਲਾਂਕਿ ਅਸੀਂ ਸਿੱਖਾਂ ਦੇ ਵਿੱਚ ਕੋਈ ਵਿਰੋਧੀ ਨਹੀਂ ਹੁੰਦਾ, ਇੱਕ ਕਹਿਣ ਦੀ ਗੱਲ ਆ, ਅਸੀਂ ਆਪਣੇ ਆਪ ਨੂੰ ਨਿਗਰਾਨ ਕਹਿ ਲਓ, ਪੰਥਕ ਫਰੰਟ ਕਹਿ ਲਓ, ਕੁਝ ਵੀ ਕਹਿ ਲਓ, ਸਾਨੂੰ ਵੀ ਚੰਗਾ ਨਹੀਂ ਲੱਗਦਾ ਕਿ ਅਸੀਂ ਵਿਰੋਧੀ ਧਿਰ ਹੈ। ਉਸ ਤੋਂ ਇਲਾਵਾ ਜਿੰਨੇ ਮਸਲੇ ਸੀ, ਚਾਹੇ ਇੱਕ ਨਿੱਜੀ ਚੈਨਲ ਦਾ ਮਸਲਾ ਸੀ, ਉਹ ਬਾਰ-ਬਾਰ ਉਠਾਉਂਦਾ ਰਿਹਾ। ਇੱਕ ਸਭ ਤੋਂ ਵੱਡੀ ਖਾਮੀ ਗੁਰਮਤ ਦੇ ਦਾਇਰੇ ਵਿੱਚ ਦੇਖੀ ਕਿ ਦੇਖੋ ਦਾੜੀ ਰੰਗਣੀ ਸਿੱਖਾਂ ਦੇ ਵਿੱਚ, ਗੁਰਮਤ ਦੇ ਵਿੱਚ ਇਹ ਠੀਕ ਨਹੀਂ, ਇਹ ਸਾਨੂੰ ਪੰਜ ਪਿਆਰੇ ਵੀ ਕਹਿੰਦੇ ਨੇ। ਤਾਂ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੁਲਾਜ਼ਮ ਦਾੜੀਆਂ ਰੰਗਦੇ ਸੀ। ਕੁਛ ਮੈਨੂੰ ਪਤਾ ਲੱਗਿਆ ਟੇਢੇ ਵਿੰਗੇ ਤਰੀਕੇ ਨਾਲ ਨਾਈਆਂ ਦੇ ਜਾ ਕੇ ਸੈੱਟ ਵੀ ਕਰਾਉਂਦੇ ਨੇ। ਤਾਂ ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਲੋਕਾਂ ਨੂੰ ਕੀ ਗੁਰਮਤ ਸਿਖਾਓਗੇ ਜੇ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਵਿੱਚ, ਮੈਂ ਜਾਣਾ, ਅਸੀਂ ਦੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਕਿ ਉਹਨਾਂ ਦੇ ਮੂੰਹ ਸਿਰ ਜਿਹੜੇ ਨੇ ਇਸ ਤਰ੍ਹਾਂ ਦੇ ਨੇ। ਤਾਂ ਇਮੀਡੀਏਟ ਉਹਨਾਂ ਨੇ ਉਹ ਵੀ ਨੋਟਿਸ ਕੱਢੇ। ਫਿਰ ਗੱਡੀਆਂ ਦੀ ਦੁਰਵਰਤੋਂ ਜਿਹੜੀ ਮੈਂਬਰ ਕਰਦੇ ਨੇ, ਮੈਂਬਰ ਪਾ ਕੇ ਆਪਣਾ ਉਹਦੇ 'ਤੇ ਲੌਜ ਬੁੱਕ 'ਤੇ ਲੈ ਜਾਂਦੇ ਨੇ ਆਪਣੇ ਨਿਆਣੇ ਢਾਉਣ ਵਾਸਤੇ, ਇਹ ਬੰਦ ਕਰਾਓ। ਚਿੱਠੀਆਂ ਕੱਢੀਆਂ, ਮੈਂ ਸਮਝਦਾ ਕਿ ਉਹ ਸ਼ਾਇਦ ਨਹੀਂ ਪੂਰਾ ਉਹਨਾਂ ਕੁ ਅਸਰ ਹੋਇਆ ਹੋਊਗਾ, ਉਹਦੀ ਹੁਣ ਹੋਰ ਸਖਤੀ ਦੇ ਨਾਲ ਇਸ ਵਾਰ। ਫਿਰ ਦੇਖੋ ਗੁਰੂ ਘਰਾਂ ਦੇ ਵਿੱਚ ਜਿਹੜੀ ਲੰਗਰ ਦੀ ਪਰੰਪਰਾ, ਉਹ ਕਿਹਾ ਕਿ ਵੀ ਇਹ ਚਿੱਠੀ ਕੱਢੋ, ਕਿਉਂ ਉੱਥੇ ਮੇਜ਼ ਕੁਰਸੀਆਂ 'ਤੇ ਆ ਕੇ ਲੀਡਰ ਜਿਹੜੇ ਨੇ ਗੁਰਦੁਆਰਿਆਂ ਦੇ ਵਿੱਚ ਲੰਗਰ ਖਾਂਦੇ ਨੇ, ਉਹ ਲੰਗਰ ਦੇ ਵਿੱਚ ਬੈਠ ਕੇ ਛਕਣ। ਇਹ ਕੀ ਗੱਲ ਹੈ, ਪ੍ਰਮਾਤਮਾ ਨੇ ਸਪੈਸ਼ਲ ਭੇਜੇ ਨੇ, ਬਾਕੀ ਜਿਹੜੇ ਦੁਨੀਆ ਹੋਰ ਤਰੀਕੇ ਨਾਲ ਆਈ ਆ ਵੀ ਇਹਨਾਂ ਲਈ ਰਾਹ ਕੋਈ ਵੱਖਰਾ ਸੀਗਾ। ਤੋ ਇਸ ਲਈ ਮੈਂ ਇਹ ਸਮਝਦਾ ਭਾਈ ਸਾਹਿਬ ਕਿ ਗੱਲ ਗਿਣਤੀ ਨਹੀਂ, ਗੱਲ ਅਖਲਾਕ ਦੀ ਆ। ਜੇ ਤੁਹਾਡਾ ਅਖਲਾਕ ਠੀਕ ਆ, ਤੁਹਾਡੀ ਆਵਾਜ਼ ਠੀਕ ਆ, ਤਾਂ ਤੁਸੀਂ ਇਕੱਲੇ ਹੋ ਕੇ ਵੀ ਆਵਾਜ਼ ਚੱਕ ਸਕਦੇ ਹੋ। ਪਰ ਮੈਨੂੰ ਇਹ ਖੁਸ਼ੀ ਹੈ ਕਿ ਇਸ ਵਾਰ ਸਾਡੇ ਨਾਲ ਸਰਦਾਰ ਮਲਕੀਤ ਸਿੰਘ ਚੰਗਾਲ ਜੋ ਕਿ ਢੀਂਡਸਾ ਸਾਹਿਬ ਵੱਲੋਂ, ਤੋ ਇਸੇ ਤਰ੍ਹਾਂ ਭਾਈ ਭੁਪਿੰਦਰ ਸਿੰਘ ਅਸੰਧ ਅਤੇ ਉਹ ਹਰਿਆਣਾ ਦੇ ਜਿੰਨੇ ਵੀ ਮੈਂਬਰ ਸੀ, ਉਹਨਾਂ ਨੇ ਯੂਨਾਨੀਮਸ ਸਾਨੂੰ ਇਹ ਦਿੱਤਾ। ਹਾਲਾਂਕਿ ਮੈਂ ਨਹੀਂ ਸੀ ਆਉਣਾ ਚਾਹੁੰਦਾ, ਕਿਉਂਕਿ ਮੈਂ ਆਪਣੇ ਵੱਲੋਂ ਸਰਦਾਰ ਜਸਵੰਤ ਸਿੰਘ ਪੜੈਣ ਦਾ ਨਾਂ ਜਿਹੜਾ ਤੈਅ ਕਰਕੇ ਪਹਿਲਾਂ ਹੀ ਦਿੱਤਾ ਹੋਇਆ ਸੀ। ਪਰ ਉਹ ਪੜੈਣ ਸਾਹਿਬ ਨੇ ਇਨ ਦਾ ਮੀਨ ਟਾਈਮ ਉੱਥੇ ਜਾ ਕੇ ਆਪਣਾ ਨਾਂ ਕੱਟ ਕੇ ਮੇਰਾ ਨਾਂ ਲਿਖ ਦਿੱਤਾ। ਮੈਂ ਇੱਕ ਮਿਸਾਲ ਦਿੰਦਾ ਕਿ ਇਸ ਕਮੇਟੀ ਦੇ ਵਿੱਚ ਜਿੱਥੇ ਅਹੁਦਿਆਂ ਦੀ ਦੌੜ, ਜਿੱਥੇ ਇੱਕ ਦੂਏ ਨੂੰ ਨੀਵਾਂ ਦਿਖਾਉਣ ਦੀ ਦੌੜ, ਜਿੱਥੇ ਅਹੁਦਿਆਂ ਨੂੰ ਲੈਣ ਦੀ ਦੌੜ, ਉੱਥੇ ਇਹੋ ਜਿਹੇ ਤਿਆਗੀ ਗੁਰਸਿੱਖ ਵੀ ਇਹਦੇ ਵਿੱਚ ਬੈਠੇ ਨੇ ਜਿਹੜੇ ਮਤਲਬ ਮੈਂ ਇਹ ਸਮਝਦਾ ਕਿ ਮੈਂ ਇਹੋ ਜਿਹੇ ਗੁਰਸਿੱਖ ਦਾ ਕਿੱਥੋਂ ਦੇਣ ਦੇ ਸਕਦਾ ਕਿ ਮੈਂ ਕਦੇ ਉਹਨੂੰ ਜ਼ਿੰਦਗੀ ਦੇ ਵਿੱਚ। ਸੋ ਇਹ ਜਿਹੜੀ ਆ ਆਵਾਜ਼ ਅਸੀਂ ਚੱਕਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਬਹੁਤ ਸਾਰੀਆਂ ਚੀਜ਼ਾਂ ਨੇ ਇਸ ਵਾਰ ਦੀ, ਲੱਗਦਾ ਕਿ ਲੋਕਾਂ ਨੂੰ ਖੈਰ ਅੱਗੇ SGPC 'ਚ ਉਹਨਾਂ ਇੰਟਰਸਟ ਕਹੀਏ ਕਿ ਸਿੱਖੀ ਨਾਲ ਜੁੜਨ ਨਾਲ ਤਾਂ ਸੀਗਾ ਜ਼ਰੂਰ, ਪਰ ਲੱਗਦਾ ਕਿ ਜਿਹੜੀ ਕਿਉਰਿਓਸਿਟੀ ਪਹਿਲਾਂ ਬਣ ਗਈ ਇਸ ਵਾਰੀ, ਲੋਕਾਂ ਨੂੰ ਜੋ ਇੰਟਰਸਟ ਜਾਗਿਆ ਉਹ ਇੱਕ ਆਮ ਇਲੈਕਸ਼ਨ ਵਾਂਗੂ ਸੀਗਾ ਕਿ ਪਤਾ ਨਹੀਂ ਕੀ ਉੱਥੇ ਵੱਡਾ ਬਦਲਾਅ ਹੋ ਜੂ। ਸਮਝ ਸਕਦੇ ਹਾਂ ਵੀ ਇਕੱਲੇ ਸਿੱਖੀ ਨਹੀਂ ਬਲਕਿ ਆਮ ਜਿਹੜੇ ਪੰਜਾਬੀ ਨੇ, ਜਿਹੜੇ ਸਾਰੇ ਨੇ, ਉਹਨਾਂ ਨੂੰ ਵੀ ਇਹ ਲੱਗਦਾ ਕਿ ਉੱਥੇ ਗੁਰੂ ਸਾਹਿਬ ਦੇ ਨਤਮਸਤਕ ਜਦੋਂ ਅਸੀਂ ਹੁੰਦੇ ਹਾਂ, ਸਾਰੇ ਜਾਂਦੇ ਨੇਗੇ, ਕਿ ਉੱਥੇ ਚੀਜ਼ਾਂ ਬਦਲਣੀਆਂ ਚਾਹੀਦੀਆਂ ਨੇ। ਸ਼ਾਇਦ ਉਹ ਵੀ ਇਹ ਚੀਜ਼ ਮਹਿਸੂਸ ਕਰਦੇ। ਦੇਖੋ ਇਹ ਤਾਂ ਮੈਨੂੰ ਲੱਗਦਾ ਕਿ ਤੁਹਾਡੀ ਮੀਡੀਆ ਦੀ ਮਿਹਰਬਾਨੀ ਜ਼ਿਆਦਾ ਆ। ਵੈਸੇ ਤਾਂ ਇਹ ਇਲੈਕਸ਼ਨ ਪਿਛਲੇ 7 ਸਾਲ ਤੋਂ ਅਸੀਂ ਕਰਾਉਂਦੇ ਆ ਰਹੇ ਹਾਂ। ਜੇ ਕਿਤੇ ਸਾਨੂੰ ਇੰਨੀ ਤਵੱਜੋ ਮੀਡੀਆ ਦੇ ਦਿਆ ਕਰਦਾ ਤਾਂ ਮੈਨੂੰ ਲੱਗਦਾ ਹੁਣ ਵੈਸੇ ਹੀ ਅਸੀਂ 50 ਹੋਏ ਪਏ ਹੁੰਦੇ। ਇਹ ਇਸ ਕਰਕੇ ਇਹਦੇ ਵਿੱਚ ਬਹੁਤੀ ਕੋਈ ਨਵੀਂ ਚੀਜ਼ ਨਹੀਂ ਹੋਈ ਹੈਗੀ। ਇਹਦੇ ਵਿੱਚ ਨਵੀਂ ਚੀਜ਼ ਇਹ ਸੀ ਕਿ ਬੀਬੀ ਜਗੀਰ ਕੌਰ ਜਿਹੜੇ ਸਾਲੋਂ ਸਾਲ ਅਕਾਲੀ ਦਲ ਦੇ ਨਾਲ ਜੁੜੇ ਰਹੇ, ਅਕਾਲੀ ਦਲ ਨੂੰ ਡਿਫੈਂਡ ਵੀ ਕਰਦੇ ਰਹੇ, ਔਰ ਕੋਈ ਸੋਚ ਨਹੀਂ ਸੀ ਸਕਦਾ ਕਿ ਬੀਬੀ ਜਗੀਰ ਕੌਰ ਬਗਾਵਤ ਕਰ ਸਕਦੇ ਨੇ। ਬਸ ਇਹੀ ਨਵੀਂ ਚੀਜ਼ ਸੀ। ਬਾਕੀ ਹੈ ਤਾਂ ਤਕਰੀਬਨ ਅਸੀਂ ਵੀ ਉਹਨਾਂ ਨਾਲ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜੇ ਹੁੰਦੇ ਸੀ। ਅਸੀਂ ਤਕਰੀਬਨ 2017 ਤੋਂ ਇਹ ਲਿਫਾਫਾ ਕਲਚਰ ਦੇ ਖਿਲਾਫ ਸਭ ਤੋਂ ਪਹਿਲਾਂ ਅਸੀਂ ਬਿਆਨ ਦੇ ਕੇ ਸ਼ੁਰੂ ਕੀਤਾ ਸੀ ਬਈ ਅਸੀਂ ਤੁਹਾਡਾ ਲਿਫਾਫਾ ਬਰਬਾਦ ਨਹੀਂ ਹੋਣ ਦੇਣਾ। ਉਹਦੇ ਖਿਲਾਫ ਅਸੀਂ ਬੰਦਾ ਖੜਾ ਕਰਦੇ ਸੀ। ਸਾਡੇ ਅਮਰੀਕ ਸਿੰਘ ਸ਼ਾਹਪੁਰ ਨੇ ਇਲੈਕਸ਼ਨ ਲੜੀ ਸਾਡੇ ਵੱਲੋਂ। ਇਹਦੇ ਵਿੱਚ ਸਰਦਾਰ ਮਿੱਠੂ ਸਿੰਘ ਕਾਨੇਕੇ, ਉਹਨਾਂ ਨੇ 2 ਵਾਰੀ ਅਸੀਂ ਉਹਨਾਂ ਨੂੰ ਇਲੈਕਸ਼ਨ ਲੜਾਈ, 1 ਵਾਰੀ ਅਸੀਂ ਬਾਈਕਾਟ ਕੀਤਾ। ਤੋ ਇਸ ਵਾਰ ਜਿਹੜਾ ਬੀਬੀ ਜੀ ਆ ਗਏ, ਮੈਂ ਖੁਦ ਜਨਰਲ ਸਕੱਤਰ ਦੀ ਚੋਣ ਜਿਹੜੀ ਆ ਪਿਛਲੀ ਵਾਰ ਲੜੀ। ਸੋ ਇਹਦਾ ਮਤਲਬ ਇਹ ਸੀ ਕਿ ਜਿਹੜਾ ਲਿਫਾਫਾ ਕਲਚਰ ਸੀ, ਅਸੀਂ ਤਾਂ ਪੂਰੇ ਹਾਊਸ ਦੇ ਵਿੱਚੋਂ ਤਾਂ ਉਹਨੂੰ ਅਸੀਂ ਪਹਿਲਾਂ ਹੀ ਉਹਦਾ ਵਿਰੋਧ ਕਰ ਦਿੱਤਾ ਸੀ। ਪਰ ਇਹ ਹੁਣ ਸਾਨੂੰ ਖੁਸ਼ੀ ਇਹ ਗੱਲ ਦੀ ਆ ਕਿ ਜਿਹੜਾ ਅਸੀਂ ਰੌਲਾ ਪਾਇਆ ਕਿ ਲਿਫਾਫਾ ਕਲਚਰ ਗਲਤ ਆ, ਉਹਨੂੰ ਅਕਾਲੀ ਦਲ ਦੇ ਵਿੱਚੋਂ ਹੀ ਇੱਕ ਵੱਡੇ ਲੀਡਰ ਨੇ ਪ੍ਰਵਾਨ ਕਰਕੇ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਹੀ ਇਸ ਲਿਫਾਫੇ ਦੀ ਬਗਾਵਤ ਕੀਤੀ। ਅਤੇ ਮੈਨੂੰ ਲੱਗਦਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚੋਂ, ਹਾਊਸ ਦੇ ਵਿੱਚੋਂ ਤਾਂ ਅਸੀਂ ਉਹਨੂੰ ਬੰਦ ਕਰਾਇਆ ਸੀ,
ਤੇ ਅਕਾਲੀ ਦਲ ਦੇ ਵਿੱਚੋਂ ਮੈਨੂੰ ਲੱਗਦਾ ਬੀਬੀ ਜਗੀਰ ਕੌਰ ਨੇ ਬੰਦ ਕਰਾਇਆ, ਕਿਉਂਕਿ ਉਹ ਜਿਹੜਾ ਪਹਿਲਾਂ ਹੀ ਉਹਨਾਂ ਨੇ ਇਸ ਵਾਰ ਅਨਾਉਂਸ ਕਰ ਦਿੱਤਾ ਆਪਣਾ ਕੈਂਡੀਡੇਟ ਜਿਹੜਾ। ਪਰ ਦੇਖੀਏ ਬੀਬੀ ਜਗੀਰ ਕੌਰ ਨੂੰ ਲੈ ਕੇ ਜੇ ਕਹੀਏ ਕਿ ਪਹਿਲੇ ਪ੍ਰਧਾਨਾਂ ਦੇ ਵਿੱਚੋਂ ਨਾਂ ਵੀ ਬੀਬੀ ਜਗੀਰ ਕੌਰ ਦਾ ਹੀ ਆਉਂਦਾ। ਕਹਿੰਦੇ ਲਿਫਾਫਾ ਕਲਚਰ ਜਦੋਂ ਸ਼ੁਰੂ ਹੋਇਆ ਤਾਂ ਫਿਰ ਆਖਰਕਾਰ ਹੁਣ ਆ ਕੇ ਕੀ ਹੋ ਗਿਆ ਕਿ ਸੱਚੀਓ ਬਾਹਰਲੀਆਂ ਧਿਰਾਂ ਜਿਨ੍ਹਾਂ ਨੂੰ ਹੁਣ ਵਾਰੀ-ਵਾਰੀ ਉਹ ਤਾਂ ਭਾਜਪਾ ਨੂੰ ਕਹਿ ਰਹੇ ਨੇਗੇ ਕਿ ਭਾਜਪਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਵੀ ਉਹਨਾਂ ਕਰਕੇ ਹੋਇਆ, ਜਾਂ ਸੱਚੀਓ ਅੰਤਰ ਧਿਆਨ ਇਹੋ ਜਿਹਾ ਹੋ ਗਿਆ ਕਿ ਗੁਰੂ ਸਾਹਿਬ ਨੇ ਜੇ ਕਹੀਏ ਕਿ ਸੇਧ ਦਿੱਤੀ ਕਿ ਆਖਰਕਾਰ ਇਹ ਨਹੀਂ ਚੀਜ਼ਾਂ ਠੀਕ, ਜਿਵੇਂ ਤੁਸੀਂ ਤਾਂ ਖੈਰ ਪਹਿਲਾਂ ਹੀ ਰੌਲਾ ਪਾਉਂਦੇ ਰਹੇ। ਦੇਖੋ ਇਹ ਮੈਂ ਦੇਖੋ ਜਦੋਂ ਸਾਨੂੰ ਇਹ ਪਤਾ ਲੱਗਿਆ ਮੈਂ ਤਾਂ ਯਕੀਨ ਹੀ ਨਹੀਂ ਸੀ ਕਰਦਾ। ਸੱਚੀ ਗੱਲ ਤਾਂ ਇਹ ਆ ਕਿ ਮੈਂ ਤਾਂ ਦੇਖੋ ਬਲਕਿ 2-3 ਮਹੀਨੇ ਪਹਿਲਾਂ ਮੈਨੂੰ ਬੀਬੀ ਜੀ ਨੇ ਟੈਲੀਫੋਨ ਕੀਤਾ ਸੀ, ਬਲਕਿ ਉਹਨਾਂ ਨੇ ਕਿਹਾ ਕਿ ਜੀ ਮੈਂ ਇਸ ਤਰ੍ਹਾਂ ਚਾਹੁੰਦੀ ਹਾਂ, ਤੇ ਕਿਉਂਕਿ ਮੈਂ ਤਾਂ ਦੇਖੋ ਉਹਨਾਂ ਦੇ ਬੱਚਿਆਂ ਵਰਗਾ ਤੇ ਮੈਨੂੰ ਬੱਚਿਆਂ ਦੀ ਤਰ੍ਹਾਂ ਹੀ ਉਹ ਬੁਲਾਉਂਦੇ ਨੇ, ਤੇ ਕੋਈ ਅੱਜ ਦਾ ਨਹੀਂ ਹੈਗਾ ਸਾਡਾ ਵਾਸਤਾ ਤਾਂ ਪਰਿਵਾਰਕ ਤੌਰ ਤੇ ਮੇਰਾ ਖਿਆਲ 97 ਦੇ ਵਿੱਚ ਉਹ ਜਦੋਂ ਮਿਨਿਸਟਰ ਬਣੇ ਸੀਗੇ ਉਦੋਂ ਦਾ ਸਾਡੇ ਪਰਿਵਾਰ ਨਾਲ ਉਹਨਾਂ ਦਾ ਸੀਗਾ ਆਉਣ ਜਾਣ। ਤਾਂ ਮੈਂ ਉਹਨਾਂ ਨੂੰ ਸਾਫ਼ ਕਹਿ ਦਿੱਤਾ ਸੀ, ਮੈਂ ਕਿਹਾ ਬੀਬੀ ਜੀ ਗੱਲ ਇਹ ਆ ਕਿ ਮੈਨੂੰ ਨਹੀਂ ਪਤਾ ਵੀ ਤੁਹਾਡੀ ਕੀ ਸਕੀਮ ਹੈ, ਕਿਉਂਕਿ ਉਦੋਂ ਬੀਬੀ ਜੀ ਖੁੱਲ੍ਹ ਕੇ ਤਾਂ ਕੁਛ ਦੱਸਦੇ ਨਹੀਂ ਸੀ। ਮੈਂ ਕਿਹਾ ਵੀ ਦੇਖੋ ਜੇ ਤਾਂ ਤੁਸੀਂ ਬਣੋਗੇ ਕੈਂਡੀਡੇਟ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਫਿਰ ਤਾਂ ਅਸੀਂ ਕੁਛ ਸੋਚ ਸਕਦੇ ਹਾਂ, ਠੀਕ, ਪਰ ਜੇ ਤੁਸੀਂ ਕਹੋ ਵੀ ਤੁਸੀਂ ਅਕਾਲੀ ਦਲ ਦੀ ਕੈਂਡੀਡੇਟ ਬਣਨਾ ਤਾਂ ਤੁਸੀਂ ਆ ਜਾਓ ਕੈਂਡੀਡੇਟ ਬਣ ਕੇ। ਕਹਿੰਦੇ ਜੀ ਫਿਰ ਤੁਸੀਂ, ਮੈਂ ਕਿਹਾ ਅਸੀਂ ਬਿਲਕੁਲ ਤਿਆਰ ਹਾਂ, ਤੁਹਾਡੇ ਖਿਲਾਫ ਲੜਾਂਗੇ ਡਟ ਕੇ, ਤੇ ਬਿਲਕੁਲ ਅਸੀਂ ਲੜਨਾ। ਸਾਡੇ ਲਈ ਤਾਂ ਅਕਾਲੀ ਦਲ ਬਾਦਲ ਵੱਲੋਂ ਧਾਮੀ ਸਾਹਿਬ ਆ ਜਾਣ, ਤੁਸੀਂ ਆ ਜਾਓ, ਬਨੂੰਗਰ ਸਾਹਿਬ ਆ ਜਾਣ, ਜਾਂ ਆਪਣਾ ਲੌਂਗੋਵਾਲ ਸਾਹਿਬ ਆ ਜਾਣ, ਸਾਰਿਆਂ ਦੇ ਖਿਲਾਫ ਅਸੀਂ ਲੜਦੇ ਨੇ ਤੇ ਲੜਾਂਗੇ, ਆਉਣ ਵਾਲੇ ਸਮੇਂ 'ਚ ਵੀ ਲੜਾਂਗੇ। ਸਾਡੀ ਸਟ੍ਰੈਟਜੀ ਬੜੀ ਕਲੀਅਰ ਹੈ। ਤੋ ਇਸ ਲਈ ਜਦੋਂ ਲੱਗਿਆ ਵੀ ਹਾਂ ਮਤਲਬ ਇਹ ਹੁਣ ਵਾਕਈ ਇਹਨਾਂ ਦਾ ਆਪਸ ਵਿੱਚ ਜਿਹੜਾ ਹੈਗਾ, ਫਿਰ ਕੁਦਰਤੀ ਸੁਭਾਵਿਕ ਹੈ ਜੀ। ਫਿਰ ਇੱਕ ਬੰਦਾ ਉੱਥੇ ਨਹੀਂ, ਮਤਲਬ ਦੇਖੋ ਇੱਕ ਗਰੁੱਪ ਆ ਤੁਹਾਡਾ, ਹੁਣ ਗਰੁੱਪਾਂ ਦੇ ਵਿੱਚ ਛੋਟੇ ਗਰੁੱਪ ਨੇ, ਛੋਟੇ ਗਰੁੱਪ ਸਾਡਾ ਇੱਕ ਮਿਲ ਕੇ ਵੱਡਾ ਗਰੁੱਪ, ਜਿਵੇਂ ਹੁਣ ਅਸੀਂ 6 ਤੋਂ 7 ਉਹ ਸੀਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਨਿਕਲੇ, ਫਿਰ ਢੀਂਡਸਾ ਸਾਹਿਬ ਦੇ ਨਾਲ ਆਏ, ਫਿਰ ਕੋਈ ਇੱਕਾ ਦੁੱਕਾ ਕਰਕੇ ਸਰਦਾਰ ਬਲਦੇਵ ਸਿੰਘ ਚੁੰਗਾ ਹੋ ਗਿਆ, ਐਦਾਂ ਮੈਂਬਰ ਆਉਂਦੇ ਰਹੇ, ਠੀਕ ਹੈ ਜੀ। ਫਿਰ ਉਹਦੇ ਵਿੱਚ 2 ਦਿੱਲੀ ਦੇ ਸ਼ਾਮਲ ਹੋ ਗਏ, ਚਲੋ ਢੀਂਡਸਾ ਸਾਹਿਬ ਦੇ ਨਾਲ ਆਏ। ਫਿਰ ਜਦੋਂ ਐਦਾਂ ਗਰੁੱਪ ਜਿਹੜਾ ਇਕੱਠਾ ਹੋ ਜਾਂਦਾ, ਫਿਰ ਤੁਸੀਂ ਉਹਦੇ ਵਿੱਚ ਕੋਈ ਟੇਢਾ ਖਿੱਚੋ ਜਾਂ ਕੋਈ ਤੁਸੀਂ ਆਪਣੀ ਗੱਲ ਕਰੋ, ਮੇਰੇ ਹਿੱਤ ਇਸ ਗੱਲ ਦੇ ਵਿੱਚ ਨੇ ਮੇਰੀਆਂ, ਫਿਰ ਉਹ ਚੰਗਾ ਨਹੀਂ ਲੱਗਦਾ। ਅਗਲਾ ਕਹਿੰਦਾ ਪਤਾ ਨਹੀਂ ਇਹਦੀ ਕੀ ਮਨਸਾ ਹੈਗੀ ਆ। ਤੋ ਕਿਉਂਕਿ ਜਿਵੇਂ ਫਿਰ ਧੜਾ ਜਿਹੜਾ ਹੁੰਦਾ ਨਾ, ਧਰਮ ਤੋਂ ਬਾਅਦ ਫਿਰ ਦੂਜਾ ਨੰਬਰ ਧੜੇ ਦਾ ਹੀ ਹੁੰਦਾ, ਜਾਂ ਤਾਂ ਆਪਣੇ ਧਰਮ ਦੇ ਵਿੱਚ ਪੱਕਾ ਰਹਿਣਾ, ਤੇ ਉਸ ਤੋਂ ਬਾਅਦ ਦੂਸਰਾ ਜਿਹੜਾ ਬੰਦਾ ਧੜੇ 'ਚ ਪੱਕਾ ਰਹੇ ਜ਼ਿੰਦਗੀ 'ਚ, ਉਹ ਕਾਮਯਾਬ ਹੁੰਦਾ। ਸੋ ਇਸ ਕਰਕੇ ਫਿਰ ਇਹ ਸਾਰੀ, ਪਰ ਇਹ ਜਿਹੜਾ ਬੀਜੇਪੀ ਵਾਲਾ ਰੌਲਾ ਪਿਆ ਨਾ, ਇਹਦੇ 'ਚ ਸੱਚਿਓ ਕੋਈ ਅਸਲੀਅਤ ਸੀਗੀ? ਕਿਉਂਕਿ ਜੇ ਉਹ ਸਿਚੁਏਸ਼ਨ ਮੰਨੀ ਜਾਵੇ, ਸਪੋਜ਼ ਕਰੋ ਤੀਜੀ ਧਿਰ ਮੈਂ ਤਾਂ ਚਾਹੇ ਤੁਸੀਂ ਵਿਰੋਧੀਆਂ 'ਚੋਂ ਸੀ ਚਾਹੇ ਦੂਜੇ ਪਾਸਿਓਂ ਸੀਗੇ, ਕਹਿਣ ਦਾ ਮਤਲਬ ਮੈਂ ਤੁਹਾਨੂੰ ਵੀ ਉੱਡੀ ਅਪਰੋਚ ਕਰਨੀ ਹੈ, ਫਿਰ ਦੂਜੇ ਵੀ ਤੁਹਾਨੂੰ ਉਨੀ ਅਪਰੋਚ ਕਰਨਗੇ, ਜਿਹਦਾ ਧੜਾ ਭਾਰੀ ਅਗਲਾ ਉੱਧਰ ਨੂੰ ਹੋ ਜਾਂਦਾ। ਇੱਕ ਜੇ ਸਿਧਾਂਤਕ ਤੌਰ ਤੇ ਤੁਸੀਂ ਮਜ਼ਬੂਤ ਹੋ, ਫਿਰ ਤੁਸੀਂ ਆਪਦੀ ਧੜਾ ਨਹੀਂ ਛੱਡਦੇ। ਹੁਣ ਇਹ 'ਚ ਬੀਜੇਪੀ ਵਾਲਾ ਕਹੀਏ ਜਾਂ ਦੂਜੇ ਪਾਸੇ 'ਚ ਕਹੀਏ ਕਿ ਅਕਾਲੀ ਦਲ ਨੂੰ ਵੀ ਕਹਿੰਦੇ ਰਹੇ ਕਿ ਆਖਰ ਹਾਂ ਜੀ ਉਹ ਵੀ ਖਰੀਦ ਫਰੋਖਤ ਕਰ ਰਹੇ ਨੇ, ਇਹ ਚੱਲਿਆ ਸਿਸਟਮ ਜਾਂ ਨਹੀਂ ਚੱਲਿਆ ਹੈਗਾ, ਜਾਂ ਸਿਰਫ ਇਹ ਇੱਕ ਉਹ ਸੀਗਾ ਵੀ ਉਸ ਸਮੇਂ ਦੇ ਦੌਰਾਨ ਖਿੱਚਤਾਨ ਦੇ ਵਿੱਚ ਦੀ ਇੱਕ ਉੱਠੀ ਹੋਈ ਤੀਜੀ ਧਿਰ? ਦੇਖੋ ਇਹ ਜਦੋਂ ਕੋਈ ਇਸ ਤਰ੍ਹਾਂ ਦੀ ਹਾਈਪ ਕ੍ਰੀਏਟ ਹੁੰਦੀ ਹੈ, ਇਹ ਫਿਰ ਕਈ ਵਾਰੀ ਨਾ ਤੁਸੀਂ ਛੋਟੀ ਲੰਗੋਟਾ ਡਾਕ ਵੀ ਕਹਿੰਦੇ ਹੁੰਦੇ ਨੇ ਇਹਨੂੰ, ਇੱਦਾਂ ਦੀਆਂ ਗੱਲਾਂ ਵੀ ਚੱਲ ਜਾਂਦੀਆਂ ਨੇ। ਦੂਸਰੀ ਗੱਲ, ਮੈਂ ਆਪਣੀ ਜ਼ਿੰਦਗੀ 'ਚ ਇੱਕ ਚੀਜ਼ ਸੋਚਦਾ, ਸਰਦਾਰ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਬਾਦਲ ਦੇ ਕੈਂਡੀਡੇਟ ਨੇ, ਅਸੀਂ ਉਹਨਾਂ ਦੇ ਖਿਲਾਫ ਹਾਂ, ਪਰ ਬਾਈ ਨੇਚਰ ਤੁਸੀਂ ਉਹਨਾਂ ਨੂੰ ਕਦੇ ਪੁੱਛ ਲਓ ਕਿ ਮੈਂ ਉਹਨਾਂ ਦਾ ਆਪਣੇ ਪਿਓ ਦੀ ਤਰ੍ਹਾਂ ਸਤਿਕਾਰ ਕੀਤਾ, ਅੱਗੇ ਵੀ ਕਰੂੰਗਾ। ਈਵਨ ਦੋਜ਼ ਕਿ ਜਿਹੜੀ ਪਿਛਲੀ ਸਾਰੀ ਅੰਤਰ ਕਮੇਟੀ ਸੀ, ਮੈਨੂੰ ਹੋਣ ਵਾਲਾ ਪਤਾ ਨਹੀਂ ਕੀ ਮਾਹੌਲ ਰਹਿਣ ਵਾਲਾ, ਉਹਨਾਂ ਨੇ ਮੈਨੂੰ ਸਾਰਿਆਂ ਨੇ ਬੇਹੱਦ ਸਤਿਕਾਰ ਦਿੱਤਾ। ਸ਼ਾਇਦ ਉਹ ਮੇਰੇ ਪਿਤਾ ਦੇ ਕਾਰਨ ਸੀ, ਜਾਂ ਸਾਡਾ ਇੱਕ ਆਪਣਾ ਜਿਹੜਾ ਪੰਥ ਦੇ ਵਿੱਚ ਰੁਤਬਾ ਉਹਦੇ ਕਾਰਨ ਸੀ। ਤਾਂ ਮੈਨੂੰ ਵੀ ਫਿਰ ਉਸ ਲੈਵਲ 'ਤੇ ਰਹਿ ਕੇ ਗੱਲ ਕਰਨੀ ਪੈਂਦੀ ਸੀ, ਅਤੇ ਮੈਂ ਹੁਣ ਉੱਥੇ ਨਾਅਰੇ ਮਾਰਾਂ ਜਾਂ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਕਰਾਂ ਜਿਹਦੇ ਨਾਲ ਮੇਰਾ ਆਪਣਾ ਕੱਦ ਜਿਹੜਾ ਮਤਲਬ ਛੋਟਾ ਹੋਵੇ, ਲੋਕ ਮੈਨੂੰ ਹੱਸਣ। ਇਸੇ ਕਾਰਨ ਮੈਂ ਇਸ ਵਾਰ ਜਾਣਾ ਨਹੀਂ ਸੀ ਚਾਹੁੰਦਾ, ਮੈਂ ਪੜੈਣ ਨੂੰ ਭੇਜਣਾ ਚਾਹੁੰਦਾ ਸੀਗਾ ਵੀ ਚਲੋ ਮੈਂ ਤਾਂ ਸਿਰਫ ਦੇਖਣ ਗਿਆ ਸੀ, ਕੰਮ ਸਿੱਖਣ ਗਿਆ ਸੀਗਾ। ਵੀ ਪਹਿਲਾਂ ਤਾਂ ਮੈਨੂੰ ਜਨਰਲ ਹਾਊਸ ਦਾ ਨਹੀਂ ਸੀ ਪਤਾ ਹੁੰਦਾ ਵੀ ਜਨਰਲ ਹਾਊਸ ਕਿਵੇਂ ਚੱਲਦਾ, ਉਹ 3-4 ਸਾਲ 'ਚ ਉਹਦੀ ਸਮਝ ਆਈ। ਅਤੇ ਮੈਂ ਬਲਕਿ ਪਿਛਲੀ ਵਾਰ ਤਾਂ ਆਪ ਢੀਂਡਸਾ ਸਾਹਿਬ ਨੂੰ ਮੈਂ ਮਿਲਿਆ, ਮੈਂ ਉਹਨਾਂ ਨੂੰ ਕਹਿ ਕੇ ਕਿਹਾ ਵੀ ਢੀਂਡਸਾ ਸਾਹਿਬ ਮੈਂ ਜਾਣਾ ਚਾਹੁੰਦਾ ਤਾਂ ਕਿ ਮੈਂ ਸਿੱਖ ਲਵਾਂ। ਮੈਨੂੰ ਪਤਾ ਹੀ ਨਹੀਂ ਹੈਗਾ, ਮਤਲਬ ਦੇਖੋ ਕੱਲ੍ਹ ਨੂੰ ਕੋਈ ਪ੍ਰੈਸ ਮੈਨੂੰ ਕੋਈ ਗੱਲ ਪੁੱਛ ਲਵੇ ਅਤੇ ਮੈਨੂੰ ਪਤਾ ਨਹੀਂ ਵੀ ਅੰਦਰ ਏਜੰਡਾ ਕਿਵੇਂ ਆਉਂਦਾ, ਏਜੰਡਾ ਚੱਲਦਾ ਕਿਵੇਂ ਹੈ। ਮੈਂ ਤਾਂ ਸਿਰਫ ਨੌਲੇਜ ਲੈਣੀ ਚਾਹੁੰਦਾ ਸੀ। ਇਹ ਪ੍ਰਮਾਤਮਾ ਜਾਮਨਾ, ਮੈਂ 12 ਕੁ ਮੁਲਕਾਂ ਦੇ ਵਿੱਚ ਤਕਰੀਬਨ ਪਿਛਲੇ 2005 ਤੋਂ ਕਥਾ ਦੇ ਲਈ ਕੀਰਤਨ ਮਤਲਬ ਜਾਂਦਾ ਰਿਹਾ। ਇਸ ਲਈ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹ ਕੋਈ ਬਹੁਤ ਵੱਡੀ ਉਹ ਹੈਗੀ। ਹੁਣ ਮੇਰੇ ਸਾਥੀਆਂ ਨੇ, ਮੈਂ ਸਮਝਦਾ ਕਿ ਇਸ ਵਾਰ ਮੈਨੂੰ ਉਹਦੇ 'ਤੇ ਧੱਕ ਦਿੱਤਾ। ਚਲੋ ਮੈਂ ਫਿਰ ਉੱਥੇ ਮੌਕੇ 'ਤੇ, ਹੁਣ ਜਦੋਂ ਅਨਾਉਂਸ ਹੀ ਉਹਨਾਂ ਨੇ ਕਰਵਾ ਦਿੱਤਾ, ਤਗੜਾ ਕਰਾਉਣਾ ਚਾਹੁੰਦੇ ਨੇ ਤੁਹਾਨੂੰ, ਅਤੇ ਚਲੋ ਪ੍ਰਮਾਤਮਾ ਕਿਰਪਾ ਕਰੇ, ਅਸੀਂ ਤਾਂ ਸੇਵਾ ਕਰਨੀ ਆ। ਮੈਂ ਉਸੇ ਅਖਲਾਕ ਨਾਲ
ਜਿੱਥੇ ਦੇਖੋ ਮੈਂ ਅੱਜ ਵੀ ਕਹਿੰਦਾ ਸ਼੍ਰੋਮਣੀ ਕਮੇਟੀ ਚੰਗਾ ਕੰਮ ਕਰੂਗੀ ਅਸੀਂ ਸਵਾਗਤ ਕਰਾਂਗੇ, ਜਿਹੜੇ ਕੰਮ ਦਾ ਮਾੜਾ ਹੋਊਗਾ ਉਹਦਾ ਵਿਰੋਧ ਕਰਾਂਗੇ। ਮੈਨੂੰ ਉਮੀਦ ਆ ਪਿਛਲੀ ਵਾਰ ਵੀ ਜਿੱਥੇ ਮਾੜਾ ਕੰਮ ਹੋਣ ਦੀ ਸੰਭਾਵਨਾ ਹੁੰਦੀ ਸੀ ਉਹਨਾਂ ਨੇ ਵਿਡਰਾ ਕੀਤਾ, ਹੁਣ ਵੀ ਵਿਡਰਾ ਕਰਨਗੇ ਤੇ ਨਹੀਂ ਕਰਨਗੇ ਫਿਰ ਇਹ ਤਾਂ ਸਾਡਾ ਫਰਜ਼ ਹੈ ਕਿ ਅਸੀਂ ਕੌਮ ਨੂੰ ਦੱਸਾਂਗੇ ਨਾ ਜੀ ਕਿ ਆਹ ਕੁਝ ਹੋਣ ਲੱਗਿਆ ਤੇ ਆਹ ਅਸੀਂ ਕਹਿਣਾ ਚਾਹੁੰਦੇ ਆ, ਇਹਦੇ ਵਿੱਚ ਤੁਸੀਂ ਨਿਰਣਾ ਕਰ ਲਓ ਕੌਣ ਗਲਤ ਹੈ ਕੌਣ ਠੀਕ ਆ। ਸੋ ਦੂਸਰੀ ਜਿਹੜੀ ਤੁਸੀਂ ਗੱਲ ਇਹ ਸਵਾਲ ਕ੍ਰੀਏਟ ਕੀਤਾ ਬੀਜੇਪੀ ਵਾਲਾ, ਦੇਖੋ ਘੱਟੋ ਘੱਟ 4-5 ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੀ ਇਲੈਕਸ਼ਨ ਤੋਂ ਬਾਅਦ ਇਹਨਾਂ ਨੂੰ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ, ਠੀਕ ਹੈ ਜੀ। ਹੁਣ ਮੈਂਬਰ ਜਿੱਤੇ ਤਾਂ ਉਹ ਇਹਨਾਂ ਦੀ ਟਿਕਟ 'ਤੇ ਨੇ, ਉਹ ਮੌਜੂਦਾ ਮੈਂਬਰ ਵੀ ਹੈਗੇ। ਸਾਨੂੰ ਲੱਗਦਾ ਕਿ ਉਹ ਹੁਣ ਦੇਖੋ ਉਹ ਹੁਣ ਬਾਦਲ ਦਲ ਨਾਲ ਤਾਂ ਜਾ ਨਹੀਂ ਸਕਦੇ, ਤੇ ਹੁਣ ਸਾਡੇ ਗਰੁੱਪ ਨੇ ਕਿਸੇ ਨਾ ਕਿਸੇ ਨੇ ਉਹਨਾਂ ਨਾਲ ਸੰਪਰਕ ਕੀਤਾ ਹੋਊਗਾ, ਬੀਬੀ ਜੀ ਨੇ ਵੀ ਕੀਤਾ ਹੋਊਗਾ। ਸੁਭਾਵਿਕ ਹੈ ਕਿ ਉਹਨਾਂ ਨੇ ਬੀਜੇਪੀ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਸਿਆਸਤ ਆਪਣੀ ਕਰਦੇ ਨੇ ਤੇ ਉਹ ਹੁਣ ਵੋਟ ਸਾਨੂੰ ਇਹ ਕਰਨਗੇ, ਅਸੀਂ ਉਮੀਦ ਰੱਖਦੇ ਹੁਣ ਇਹ ਤਾਂ ਹੈ ਨਹੀਂ ਵੀ ਉਹ ਵੋਟ ਆ ਕੇ ਬਾਦਲ ਨੂੰ ਕਰਨਗੇ। ਤਾਂ ਮੈਨੂੰ ਲੱਗਦਾ ਵੀ ਉਹਨਾਂ ਨੇ ਵੋਟ ਪਾਉਣ ਤੋਂ ਬਾਦਲ ਦਲ ਨੂੰ ਇਨਕਾਰ ਕਰਤਾ, ਤਾਂ ਇਹ ਕਹਿਣ ਲੱਗੇ ਜੀ ਬੀਜੇਪੀ ਆ ਗਈ ਇਹਦੇ ਪਿੱਛੇ। ਮੈਂ ਤਾਂ 17 'ਚ ਤੁਹਾਨੂੰ ਦੱਸ ਸਕਦਾ, ਜਦੋਂ ਅਸੀਂ 2017 ਦੀ ਚੋਣ ਕਰਾਈ ਸੀ ਉਦੋਂ ਅਕਾਲੀ ਦਲ ਬਾਦਲ ਕਹਿੰਦਾ ਸੀਗਾ ਜੀ ਇਹਨਾਂ ਦੇ ਪਿੱਛੇ ਕਾਂਗਰਸ ਹੈ, ਇਹ ਕਾਂਗਰਸ ਦੀ ਬੀ ਟੀਮ ਹੈ, ਕਦੇ ਆਪ ਦੀ ਬਣਾ ਦਿੰਦੇ ਨੇ ਹੁਣ ਬੀਜੇਪੀ ਦੀ ਬਣਾ ਦਿੰਦੇ ਨੇ। ਤੇ ਦੂਸਰੀ ਗੱਲ ਜਿਹੜੀ ਗੱਲ ਰਹੀ ਫੋਨਾਂ ਦੀ, ਮੈਂ ਦੇਖੋ ਫੋਨ ਜਿਹੜਾ ਹੈ ਜੇ ਕੋਈ ਕਿਸੇ ਨੂੰ ਕਰਦਾ, ਦੇਖੋ ਜੇ ਤਾਂ ਕੋਈ ਮੈਂ ਕਹਿੰਦਾ ਕਿਸੇ ਵੀ ਰੂਪ ਦੇ ਵਿੱਚ ਕਰਦਾ ਉਹ, ਮੈਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਤੋਂ ਹਟ ਕੇ ਗੱਲ ਕਰਦਾ, ਮੈਂ ਇੱਕ ਇਨਸਾਨੀਅਤ ਦੀ ਗੱਲ ਕਰਦਾ, ਮੈਂ ਇੱਕ ਕਿਰਦਾਰ ਦੀ ਗੱਲ ਕਰਦਾ। ਮੰਨ ਲਓ ਹੁਣ ਤੁਸੀਂ ਮੈਨੂੰ ਟੈਲੀਫੋਨ ਕੀਤਾ, ਚਲੋ ਤੁਹਾਨੂੰ ਲੱਗਦਾ ਕਿ ਜੇ ਮੈਂ ਉਹਨਾਂ ਨਾਲ ਗੱਲ ਕਰ ਸਕਦਾ ਮੈਂ ਕੰਫਰਟੇਬਲ ਹਾਂ, ਤੇ ਯਾਰ ਮੈਂ ਤੁਹਾਡਾ ਫੋਨ ਰਿਕਾਰਡ ਕਰਕੇ ਤੁਹਾਡਾ ਕਰੈਕਟਰ ਇਨਵੈਸਟੀਗੇਸ਼ਨ ਕੀਤਾ, ਇਹਦੇ ਵਿੱਚ ਮੈਂ ਕਿੱਡਾ ਕੁ ਵੱਡਾ ਹੋ ਗਿਆ? ਕੀ ਮੈਨੂੰ ਅਕਾਲੀ ਦਲ ਦੇ ਬਾਦਲਾਂ ਦੇ ਲੀਡਰਾਂ ਦੇ ਫੋਨ ਨਹੀਂ ਆਏ? ਠੀਕ ਹੈ, ਫੋਨ ਕਰਨਾ ਹੀ ਹੁੰਦਾ, ਬੰਦਾ ਫੋਨ ਉੱਥੇ ਹੀ ਕਰਦਾ ਜਿੱਥੇ ਉਹਨੂੰ ਕੁਛ ਨਾ ਕੁਛ ਮਤਲਬ ਉਹਦਾ ਕੋਈ ਸਾਂਝ ਹੁੰਦੀ ਆ, ਆਸ ਲੱਗਦੀ ਹੋਵੇ ਵੀ ਹੋ ਸਕਦਾ ਮੈਂ ਮਨਾ ਲੂੰ ਜਾਂ ਮੇਰਾ ਯਤਨ ਨੇ ਹਰ ਕੋਈ ਕਰਦਾ ਜੀ। ਇਹਦੇ ਵਿੱਚ ਮਤਲਬ ਤੁਸੀਂ ਇਹ ਦਿਖਾਓ, ਇਹ ਮੈਨੂੰ ਲੱਗਦਾ ਕਿ ਅਕਾਲੀ ਲੀਡਰਾਂ ਨੇ ਆਪਣਾ ਇੱਕ ਕਰੈਕਟਰ ਸ਼ੋਅ ਕੀਤਾ ਕਿ ਅੱਜ ਤੋਂ ਬਾਅਦ ਤੁਹਾਨੂੰ ਟੈਲੀਫੋਨ ਕਰਨ ਤੇ ਬੰਦਾ 100 ਵਾਰੀ ਸੋਚੂਗਾ। ਤੁਹਾਡਾ ਫੋਨ ਆਵੇ, ਤੁਸੀਂ ਮੈਸੇਜ ਕੀ ਦਿੱਤਾ, ਇਹ ਫੋਨ ਰਿਕਾਰਡ ਕਰਕੇ ਕਿਸੇ ਦਾ ਵੀ, ਮੇਰਾ ਕੋਈ ਦੇਖੋ ਮੇਰਾ ਮਸਲਾ ਫੋਨ ਰਿਕਾਰਡਿੰਗ ਦਾ ਨਹੀਂ। ਤੁਸੀਂ ਗੱਲ ਸੁਣੋ, ਤੁਹਾਨੂੰ ਕੋਈ ਆਫਰ ਦਿੰਦਾ, ਜੇ ਤੁਸੀਂ ਸੱਚੇ ਹੋ ਤੁਹਾਡੇ ਤੇ ਪ੍ਰਭਾਵ ਹੀ ਨਹੀਂ ਪੈ ਸਕਦਾ ਜੀ, ਤੁਸੀਂ ਕਹੋ ਨਹੀਂ ਜੀ ਗੱਲ ਮੁੱਕ ਗਈ। ਹੁਣ ਤੁਸੀਂ ਰਿਕਾਰਡ ਕਰਕੇ ਜੇ ਦੱਸਣਾ ਚਾਹੁੰਦੇ ਹੋ ਜੀ, ਇਹ ਪ੍ਰੂਫ ਦੇਣਾ ਚਾਹੁੰਦੇ ਹੋ, ਠੀਕ ਹੈ ਨਾ ਗੱਲ। ਪਹਿਲੀ ਤਾਂ ਗੱਲ ਫਿਰ ਮੈਂ ਇਹ ਮੰਨਦਾ ਵੀ ਜੇ ਤੁਹਾਡੀ ਮੰਡੀ 'ਚ ਕੋਈ ਵਿਕਦਾ ਹੋਊਗਾ ਨਾ, ਅਗਲਾ ਵੀ ਯਤਨ ਤਾਂ ਹੀ ਕਰਦਾ। ਐਦਾਂ ਸਾਨੂੰ ਨਾ ਆ ਗਈ ਕੋਈ ਪੈਸਿਆਂ ਦੀ ਆਫਰ, ਸਾਡੇ ਕਿਸੇ ਮੈਂਬਰ ਨੂੰ ਨਾ ਪੈਸੇ ਦੀ ਆਫਰ ਆ ਗਈ, ਉਹ ਕਿਉਂ ਨਾ ਆਈ? ਕਿਉਂਕਿ ਅਗਲੇ ਨੂੰ ਪਤਾ ਵੀ ਸੇਕ ਮਾਰਦਾ ਉੱਥੋਂ। ਇਹਦਾ ਮਤਲਬ ਜਿਹੜੀ ਮੰਡੀ 'ਚ ਕੋਈ ਵਿਕਦਾ ਹੋਊਗਾ ਤਾਂ ਹੀ ਕੋਈ ਯਤਨ ਹੁੰਦਾ ਨਾ। ਨੰਬਰ 1। ਨੰਬਰ 2, ਮੈਂ ਇਹ ਗੱਲ ਕਹਿਣਾ ਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਸਾਡੇ ਸਮਾਜ ਲਈ ਠੀਕ ਨਹੀਂ ਹੈਗੀਆਂ, ਇਹ ਸਾਡੇ ਕਰੈਕਟਰ ਤੋਂ ਬਹੁਤ ਨੀਵੇਂ ਪੱਧਰ ਦੀ ਗੱਲ ਆ ਕਿ ਤੁਸੀਂ ਇਹਦੇ ਨਾਲ ਆਪਣੀ ਇੱਕ ਭਰੋਸੇਯੋਗਤਾ, ਇੱਕ ਜਿਹੜੀ ਵਿਸ਼ਵਾਸਨੀਅਤ ਹੈ ਯਾਰ ਬੰਦੇ ਦੀ, ਉਹ ਖਤਮ ਹੋ ਜਾਂਦੀ ਆ। ਪਰ ਇਹਦੇ 'ਚ ਭਾਈ ਸਾਹਿਬ ਦੇਖੀਏ ਜਿਹੜੇ ਹਿਸਾਬ ਦੇ ਨਾਲ ਸਿਸਟਮ, ਇੱਕ ਤਾਂ ਜਿਹੜਾ ਸੰਸਥਾ ਦਾ ਮੇਨ ਕਹੀਏ ਕਿ ਕੰਮ ਇਹ ਹੈ ਕਿ ਆਖਰਕਾਰ ਗੁਰਦੁਆਰਿਆਂ ਨੂੰ ਲੈ ਕੇ ਸਾਂਭ ਸੰਭਾਲ, ਪ੍ਰਚਾਰ ਪ੍ਰਸਾਰ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਆਖਰਕਾਰ ਜਿੰਨੇ ਕੁ ਸਵਾਲ ਉੱਠੇ ਉਹਦੇ ਵਿੱਚ ਵੱਡੇ ਤੌਰ 'ਤੇ ਜੇ ਦੇਖੀਏ ਕਿ ਹੁਣ ਤੋਂ ਪਹਿਲਾਂ ਆ ਗਿਆ ਕਿ ਆਖਰਕਾਰ ਜੀ ਆਪ ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖ ਕਮਿਊਨਿਟੀ ਕ੍ਰਿਸਚਨ ਕਮਿਊਨਿਟੀ ਕਰਨੀ ਜਾ ਰਹੀ ਹੈ, ਵਿਵਾਦ ਵੀ ਖੜਾ ਹੋ ਗਿਆ। ਚਲੋ ਉਹਨਾਂ ਨੇ ਜਿਸ ਲਹਿਜੇ ਤੋਂ ਬਾਅਦ ਕਿਹਾ ਉਹ ਓਡਾ ਜ਼ਿਆਦਾ ਘਾਤਕ ਨਹੀਂ ਸੀਗਾ, ਪਰ ਜੇ ਕਿਹਾ ਜਾਵੇ ਇਹ ਚੀਜ਼ ਹੁੰਦੀ ਹੈ ਤਾਂ SGPC ਯਾਨੀ ਕਿ ਆਪਦੇ ਕੰਮ 'ਚ ਸਕਸੈਸਫੁਲੀ ਨਹੀਂ ਪਰਫਾਰਮ ਕਰ ਪਾਈ, ਜਿਹਦੇ ਕਰਕੇ ਸਵਾਲ ਉੱਠਣੇ ਸ਼ੁਰੂ ਹੋਏ। ਜਥੇਦਾਰ ਸਾਹਿਬ ਖੁਦ ਇਹ ਗੱਲ ਕਹਿੰਦੇ ਨੇ, ਫਿਰ ਤਾਂ ਮੰਨਣੀ ਹੀ ਪੈਂਦੀ ਹੈ। ਦੇਖੋ ਜੀ ਸਾਡੇ ਕੋਲ ਤਕਰੀਬਨ 37 ਸਕੂਲ ਨੇ, 11 ਕਾਲਜ ਨੇ, ਇੱਕ ਯੂਨੀਵਰਸਿਟੀ ਆ, ਮੋਟਾ ਜਿੰਨਾ ਗੁਰੂ ਰਾਮਦਾਸ ਮਹਾਰਾਜ ਦਾ ਨਾਂ ਦਾ ਹਸਪੀਟਲ ਹੈ। ਹੁਣ ਜਦੋਂ ਅਸੀਂ ਇਹਦੀ ਸੱਚਾਈ ਦੱਸਾਂਗੇ ਫਿਰ ਇਹ ਕਹਿਣਗੇ ਜੀ ਇਹ ਇਲਜ਼ਾਮ ਨੇ। ਦੇਖੋ ਮੈਂ ਪਹਿਲੀ ਤਾਂ ਗੱਲ ਇਹ ਕਹਿਣਾ ਕਿ ਧਰਮ ਧੰਦਾ ਨਹੀਂ। ਜੇ ਕੋਈ ਬੰਦਾ ਆਪਣੀ ਗਰੀਬੀ ਕਰਕੇ, ਗੁਰਬਤ ਕਰਕੇ, ਦੇਖੋ ਜੋ ਸਾਡੇ ਕਰਮਾਂ ਵਿੱਚ ਹੈ ਪਰਮਾਤਮਾ ਨੇ ਸਾਨੂੰ ਦਿੱਤਾ। ਦਸਮ ਪਾਤਸ਼ਾਹ ਨੇ ਇਹ ਸਿੱਖੀ ਵਾਸਤੇ ਆਪਣੇ ਬੱਚਿਆਂ ਦਾ ਲਹੂ ਬਹਾਤਾ। ਕੀ ਦਸਮ ਪਾਤਸ਼ਾਹ ਦੇ ਕੋਲ ਦੁਨੀਆ ਦੇ ਕੋਈ ਸੁੱਖ ਨਹੀਂ ਸੀਗੇ ਉਸ ਵਕਤ? ਰਾਜੇ ਮਹਾਰਾਜੇ ਵੀ ਤਰਸਦੇ ਸੀਗੇ ਪ੍ਰਸ਼ਾਦੀ ਹਾਥੀ ਵਰਗੇ ਕਿ ਜਿਹੜੇ ਦਸਮ ਪਾਤਸ਼ਾਹ ਦੇ ਕੋਲ ਸੀਗੇ, ਉਹ ਆਧਾਰ ਮੰਗਦੇ ਸੀ ਵੀ ਸਾਡੀ ਟੌਰ ਬਣ ਜਾਵੇ। ਪਰ ਗੁਰੂ ਸਾਹਿਬ ਨੇ ਉਹਨਾਂ ਸਾਰੇ ਸੁੱਖਾਂ ਨੂੰ ਤਿਆਗ ਕੇ, ਲੱਤ ਮਾਰ ਕੇ ਦੁਨੀਆ ਦਾ ਸਭ ਵੱਡੇ ਤੋਂ ਵੱਡਾ ਦੁੱਖ ਆਪਣੇ ਤੇ ਲਿਆ। ਇਹ ਕੀ ਆ? ਇਹ ਸਾਡੇ ਲਈ ਸਿੱਖਿਆ। ਪਹਿਲੀ ਤਾਂ ਗੱਲ ਮੈਂ ਸਮਝਦਾ ਜਿਹੜਾ ਬੰਦਾ ਧੰਦੇ ਲਈ ਧਰਮ ਬਦਲਦਾ ਉਹ ਚੰਗਾ ਨਹੀਂ, ਉਹ ਧਰਮ ਲਈ ਕਦੇ ਵਫਾਦਾਰ ਹੋ ਹੀ ਨਹੀਂ ਸਕਦਾ। ਨੰਬਰ 2, ਸੰਸਥਾਵਾਂ ਦੀ ਜ਼ਿੰਮੇਵਾਰੀ ਇਹ ਆ। ਦੇਖੋ
ਪਹਿਲੀ ਤਾਂ ਗੱਲ ਘੱਟੋ ਘੱਟ ਸਾਡੇ 3 ਹਸਪੀਟਲ ਹੋਣੇ ਚਾਹੀਦੇ ਸੀ, ਇੱਕ ਮਾਝੇ 'ਚ, ਇੱਕ ਮਾਲਵੇ 'ਚ, ਇੱਕ ਦੁਆਬੇ 'ਚ, ਜਿੱਥੇ ਕਮ ਸੇ ਕਮ ਆਮ ਲੋਕਾਂ ਲਈ ਵੀ ਗੈਰ ਸਿੱਖਾਂ ਲਈ ਵੀ ਬਾਕੀ ਦੇ ਹਸਪੀਟਲਾਂ ਨਾਲੋਂ ਇਲਾਜ ਬਹੁਤ ਸਸਤਾ ਹੁੰਦਾ, ਗਰੀਬ ਸਿੱਖਾਂ ਲਈ ਕੋਈ ਕ੍ਰਾਈਟੇਰੀਆ ਬਣਿਆ ਹੁੰਦਾ। ਪਰ ਕਦੇ ਨਹੀਂ ਸੋਚਦੇ ਹੈਗੇ। ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੀਟਿੰਗ ਕੀਤੀ ਸੀਗੀ ਗੁਰੂ ਨਾਨਕ ਸਾਹਿਬ ਦੇ ਜਦੋਂ ਪੁਰਬ ਮਨਾਉਣਾ ਸੀ, ਮੈਂ ਉੱਥੇ ਆਇਆ ਸੀਗਾ SGPC ਵੱਲੋਂ। ਮੈਂ ਉੱਥੇ ਇਹ ਸਲਾਹ ਦਿੱਤੀ ਸੀ ਵੀ ਦੇਖੋ ਇਕੱਠ ਕਰ ਲੈਣੇ ਇਹ ਸ਼ਤਾਬਦੀ ਨਹੀਂ ਬਣਾ ਹੋਣੀ, ਕੁਛ ਲੋਕਾਂ ਨੂੰ ਦੇ ਜਾਓ। ਮੈਂ ਕਿਹਾ ਸੀ ਤੁਸੀਂ ਇੱਕ ਚੀਜ਼ ਕਰ ਲਓ ਵੀ ਇੱਕ ਗਰੀਬ ਆਦਮੀ, ਇੱਕ ਗਰੀਬ ਕਿਸਾਨ, ਜਿਵੇਂ ਇੱਕ 5 ਕਿੱਲੇ ਵਾਲਾ, ਇੱਕ 10 ਕਿੱਲੇ ਵਾਲਾ, ਇੱਕ 15 ਵਾਲਾ, ਇੱਕ 20 ਵਾਲਾ, ਯਾਰ ਤੁਸੀਂ 5 ਕਿੱਲੇ ਵਾਲੇ ਤੱਕ ਮਾਫ ਕਰ ਦਿਓ। ਜਿਵੇਂ ਹੁਣ ਆਹ ਆਯੁਸ਼ਮਾਨ ਜਿਹੜੀ ਉਹਨਾਂ ਦੀ ਸੈਂਟਰ ਦੀ ਸਕੀਮ ਚੱਲਦੀ ਆ, ਵੀ ਤੁਸੀਂ ਉਹਨਾਂ ਨੂੰ ਸਾਲ ਦੇ ਪੈਸੇ ਲੈ ਲਓ। ਜਿਹੜਾ 10 ਕਿੱਲੇ ਵਾਲਾ ਗੌਰਮੈਂਟ ਉਹਦੇ ਤੋਂ ਕੱਟ ਲਵੇ 2000 ਰੁਪਈਆ, 1000 ਰੁਪਈਆ। ਉਹਨਾਂ ਦਾ ਜਦੋਂ ਯਾਰ ਉਹਦੇ ਤੇ ਕੋਈ ਐਕਸੀਡੈਂਟ ਜਾਂ ਕੋਈ ਸੀਰੀਅਸ ਚੀਜ਼ ਹੋਵੇ, ਤੁਸੀਂ ਹਸਪਤਾਲ ਜਿਹੜੇ ਨੇ ਉਹਨਾਂ ਨਾਲ ਟਾਈ ਅਪ ਕਰ ਲਓ ਤਾਂ ਕਿ ਅਗਲਾ ਉੱਥੇ ਕਾਰਡ ਦੇਵੇ ਤੇ ਆਪਣਾ ਮੌਕੇ ਤੇ ਧੰਦਾ ਸਾਰ ਲਵੇ, ਥੋੜੀ ਜੈ ਕਰੂਗਾ। ਆਏ 2 ਵੱਡੇ ਮਹਿਕਮਿਆਂ ਦੇ ਸੈਕਟਰੀਆਂ ਨੇ ਮੇਰੇ ਹੱਥ ਫੜ ਕੇ ਪਰੇ ਲੈ ਗਏ ਸੀ, ਕਹਿੰਦੇ ਜੀ ਤੁਸੀਂ ਸਾਨੂੰ ਮਿਲਦੇ ਰਿਹਾ ਕਰੋ, ਸਾਨੂੰ ਇਹ ਸੁਝਾਵਾਂ ਦੀ ਲੋੜ, ਕੋਈ ਕਰਨ ਨੂੰ ਤਿਆਰ ਨਹੀਂ ਚੰਗੇ ਸੁਝਾਅ। ਹੁਣ ਮੈਂ ਸ਼੍ਰੋਮਣੀ ਕਮੇਟੀ ਦੇ ਹਸਪੀਟਲ ਖੋਲ੍ਹੇ ਹੁੰਦੇ, ਗਰੀਬਾਂ ਨੂੰ ਉੱਥੇ ਇਲਾਜ ਹੋਇਆ ਹੁੰਦਾ ਮੁਫਤ ਜੀ, ਠੀਕ ਹੈ। ਹੁਣ ਤੁਸੀਂ ਮੈਨੂੰ ਇੱਕ ਸਬ ਕਮੇਟੀ ਵਿੱਚ ਪਾਇਆ ਗਿਆ ਸੀ, ਪਾਠੀ ਸਿੰਘ ਜਿਹੜੇ ਉਹਨਾਂ ਪਾਠੀਆਂ ਨੇ ਧਰਨਾ ਲਾ ਲਿਆ ਸੀ ਉੱਥੇ ਹਰਿਮੰਦਰ ਸਾਹਿਬ 'ਚ, ਉਹਦੀ ਇੱਕ ਸਬ ਕਮੇਟੀ ਬਣੀ ਅਤੇ ਮੈਨੂੰ ਪਤਾ ਕਹਿੰਦੇ ਜੀ ਤੁਸੀਂ ਧਾਰਮਿਕ ਤੌਰ 'ਤੇ ਵੀ ਨਾਲੇ ਗਿਆਨ ਰੱਖਦੇ ਹੋ। ਅਤੇ ਕਰਨੈਲ ਸਿੰਘ ਪੰਜੋਲੀ ਸੀ, ਇੱਕ ਮੈਂਬਰ ਹੋਰ ਸੀ, ਪਰ ਉਹਦੇ 'ਚ ਇਹ ਸੀ ਵੀ ਕਰਨੈਲ ਸਿੰਘ ਪੰਜੋਲੀ ਮੇਰੇ ਨਾਲ ਸਹਿਮਤ ਹੋ ਗਏ। ਅਸੀਂ ਉਹਦੇ ਵਿੱਚ ਇਹ ਕਰਾਇਆ ਦੋਨਾਂ ਜਣਿਆਂ ਨੇ ਬਈ ਜੇ ਠੀਕ ਆ ਤੁਸੀਂ, ਉਹ ਕਹਿੰਦੇ ਜੀ ਅਸੀਂ ਇਹਨਾਂ ਦੀ ਜੇ ਵਧਾਵਾਂਗੇ ਤਨਖਾਹ ਤਾਂ ਅਸੀਂ ਪਾਠਾਂ ਦੇ ਪੈਸੇ ਵਧਾਵਾਂਗੇ। ਬਿਲਕੁਲ ਨਹੀਂ, ਅਸੀਂ ਪਾਠਾਂ ਦਾ ਪੈਸਾ ਨਹੀਂ ਵਧਣ ਦੇਣਾ। 9500 ਤੋਂ ਅਸੀਂ ਪਹਿਲਾਂ ਹੀ ਲੈ ਰਹੇ ਹੋ ਜ਼ਿਆਦਾ। ਇਹਦਾ ਮਤਲਬ ਫਿਰ ਗਰੀਬ ਤਾਂ ਕਦੇ ਸੋਚ ਵੀ ਨਹੀਂ ਸਕਦਾ ਮੈਂ ਪਾਠ ਕਰਾ ਸਕਦਾ। ਤੁਸੀਂ ਇਹਦੇ ਵਿੱਚ ਪਾਠੀ ਸਿੰਘਾਂ ਨੂੰ ਪੁੱਛਿਆ ਸੀ ਵੀ ਤੁਹਾਡੀ ਕੀ ਡਿਮਾਂਡ ਆ, ਉਹ ਕਹਿੰਦੇ ਜੀ ਸਾਡਾ ਇਲਾਜ, ਕਿੱਡੀ ਸ਼ਰਮਨਾਕ ਗੱਲ ਆ, ਮੈਨੂੰ ਪਾਠੀ ਸਿੰਘਾਂ ਨੇ ਦੱਸਿਆ, ਕਹਿੰਦੇ ਸਾਡਾ ਇੱਕ ਪਾਠੀ ਸਿੰਘ ਬਿਮਾਰ ਹੋ ਗਿਆ, ਕਹਿੰਦੇ ਜੀ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਉਹਦਾ ਇਲਾਜ ਨਹੀਂ ਹੋਇਆ, ਜਾ ਕੇ ਅਸੀਂ ਬਿਆਸ ਵਾਲਿਆਂ ਦੇ ਹਸਪਤਾਲ ਦੇ ਵਿੱਚ ਫ੍ਰੀ ਇਲਾਜ ਕਰਾਇਆ। ਅੱਜ ਮੈਂ ਦੁੱਖ ਭਰੀ ਕਹਾਣੀ, ਮੈਂ ਬੋਲਣਾ ਨਹੀਂ ਸੀ ਚਾਹੁੰਦਾ, ਇਹ ਫਿਰ ਉੱਠ ਕੇ ਜਿਹੜੇ ਕਾਲੀ ਮਾਰਦੇ ਨਾ ਜੱਕੜ, ਇਹ ਫਲਾਣੀ ਟੀਮ ਹੈ, ਢਿਮਕੀ ਟੀਮ ਹੈ, ਹਾਲ ਦੇਖ ਲਓ ਜਾ ਕੇ ਆਪਣੀ ਸ਼੍ਰੋਮਣੀ ਕਮੇਟੀ ਦੇ ਵਿੱਚ ਤੁਹਾਡੇ ਪਾਠੀਆਂ ਦਾ ਕੀ ਹੈ। ਉਹਦੇ 'ਚ ਮੈਂ ਮਤਾ ਕਰਵਾਇਆ ਅਸੀਂ ਕਿ ਜੇ ਕਿਸੇ ਪਾਠੀ ਸਿੰਘ ਨੂੰ ਕੋਈ ਸੀਰੀਅਸ, ਉਹਦੇ ਪਰਿਵਾਰਕ ਮੈਂਬਰ ਨੂੰ ਜਾਂ ਪਾਠੀ ਸਿੰਘ ਨੂੰ ਕੋਈ ਸੀਰੀਅਸ ਡਿਜ਼ੀਜ਼ ਹੋ ਜਾਂਦੀ ਹੈ, ਬਹੁਤ ਜ਼ਿਆਦਾ ਜਿਹੜੀ ਖਤਰਨਾਕ ਜਾਨਲੇਵਾ ਬਿਮਾਰੀ, ਜਾਂ ਉਹਦਾ ਐਕਸੀਡੈਂਟ ਹੁੰਦਾ, ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਉਹਦਾ ਫ੍ਰੀ ਇਲਾਜ ਹੋਊਗਾ। ਸਕੱਤਰ ਕਹਿੰਦੇ ਜੀ ਉਹ ਤਾਂ ਸਾਡੇ ਨਹੀਂ ਕਰਦੇ ਹੈਗੇ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਮਤਾ ਪਾਸ ਕਰੋ, ਜਿੱਦਣ ਪਾਠੀਆਂ ਦਾ ਇਲਾਜ ਨਾ ਹੋਇਆ ਨਾ ਅਸੀਂ ਬੈਠਾਂਗੇ ਉਹ ਧਰਨੇ 'ਤੇ ਆ ਕੇ, ਮੈਂ ਬੈਠੂੰਗਾ ਮਾਂ ਨਾਲ, ਅਸੀਂ ਆਵਾਂਗੇ। ਦੇਖੋ ਜੇ ਤੁਸੀਂ ਇਹ ਕਿਹਨੇ ਕਰਨੇ ਸੀ ਕੰਮ, ਕਮੇਟੀ ਦੇ ਇਹੀ ਕੰਮ ਨੇ, ਕਮੇਟੀ ਦੇ ਇਹੀ। ਜੇ ਤੁਸੀਂ ਆਪਣੇ ਪਾਠੀਆਂ ਦੇ ਲਈ ਕੋਈ ਸਹੂਲਤਾਂ ਨਹੀਂ ਪੈਦਾ ਕਰ ਸਕਦੇ, ਚਲੋ ਮੈਂ ਇਹ ਧੰਨਵਾਦ ਕਰਦਾ ਕਿ ਉਹ ਸਾਡਾ ਐਗਜ਼ੈਕਟਿਵ ਦੇ ਵਿੱਚ ਮਤਾ ਪਾਸ ਹੋ ਗਿਆ, ਧਾਮੀ ਸਾਹਿਬ ਨੇ ਕੀਤਾ, ਮੈਨੂੰ ਧਮ ਕੀਤਾ। ਦੇਖੋ ਜਿਹੜੇ ਚੰਗੇ ਕੰਮ ਜਿੱਥੋਂ ਇਹਨਾਂ ਨੇ ਮੇਰੀ ਡਿਊਟੀ ਜਿਹੜੇ ਇਹਦੇ ਵਿੱਚ ਲਾਈ ਹੈ, ਮੈਂ ਪੂਰੀ ਇਮਾਨਦਾਰੀ ਨਾਲ, ਮੈਂ ਇਹ ਨਹੀਂ ਉੱਥੇ ਦੇਖਿਆ ਕਿ ਮੈਂ ਵਿਰੋਧੀ ਹਾਂ, ਮੈਂ ਉਹਨਾਂ 'ਚ ਆਪਣੇ ਨੰਬਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਕਰਿਆ। ਮੈਂ ਉੱਥੇ ਦੇਖਿਆ ਕਿ ਸੰਸਥਾ ਦੇ ਵੀ ਹਿੱਤ ਰਹਿਣ ਅਤੇ ਜਿਹੜੀ ਉਹ ਹੈ ਉਹ ਵੀ ਰਹੇ। ਤਾਂ ਇਹ ਸਾਲ ਵੀ ਮੇਰੀ ਇਹੀ ਕੋਸ਼ਿਸ਼ ਰਹੂਗੀ। ਕਹਿਣ ਦਾ ਮਤਲਬ ਇਹ ਆ, ਹੁਣ ਇਹ ਇਲਜ਼ਾਮ ਜਿੰਨੇ ਮਰਜ਼ੀ ਲਾਈ ਜਾਓ, ਹੁਣ ਮੈਂ ਤੁਹਾਡੇ ਸਾਹਮਣੇ ਇਹ ਸਬੂਤ ਰੱਖਦੇ, ਜੇ ਮੈਂ ਝੂਠਾ ਮੈਂ ਤਾਂ ਮੈਂ ਪਾਠੀਆਂ ਨੂੰ ਕਢਾ ਲੂੰਗਾ ਨਾਲ। ਹੁਣ ਕਿਤੇ ਦਬਾ 'ਚ ਆ ਕੇ ਮੁੱਕਰ ਜਾਣ, ਫਿਰ ਉਹ ਗੁਰੂ ਦੇ ਦੁਖੀ ਹੋਣਗੇ। ਆ ਪਹਿਲਾਂ ਮੈਨੂੰ ਮੁੱਕਰਨ ਵਾਲੇ ਉਹ ਬੰਦੇ ਲੱਗਦੇ ਨਹੀਂ ਹੈਗੇ। ਕਹਿਣ ਦਾ ਮਤਲਬ ਇਹ ਗੱਲਾਂ ਕਹਿ ਦੇਣੀਆਂ ਜੀ ਫਲਾਣਾ ਹੈ ਜੀ, ਢਿਮਕਾ ਜੀ, ਆਪਣਾ ਦੇਖੋ ਵੀ ਇਹ ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਜਿਹੋ ਜਿਹੀ ਸੰਸਥਾ ਦਾ ਵਕਾਰ ਸੀਗਾ, ਤੁਸੀਂ ਉਹ ਵਕਾਰ ਹੀ ਨਹੀਂ ਛੱਡਿਆ ਹੈਗਾ। ਨਿੱਤ ਦਿਹਾੜੇ ਤੁਹਾਡੇ ਲੀਡਰਾਂ ਨੇ ਮਤਲਬ ਦੇਖੋ ਇਹਦਾ ਹਾਲ ਇਹ ਕਰ ਦਿੱਤਾ, ਤੇ ਫਿਰ ਇਹ ਗੱਲਾਂ ਸੁਭਾਵਿਕ ਨਹੀਂ ਹੋਣੀਆਂ। ਪਰ ਇਹਦੇ 'ਚ ਰੰਧਾਵਾ ਸਾਹਿਬ ਜਿਹੜਾ ਬੀਬੀ ਜਗੀਰ ਕੌਰ ਵਾਲਾ ਸਟੈਪ ਸੀਗਾ, ਜਿਵੇਂ ਤੁਸੀਂ ਦੱਸਿਆ ਕਿ ਪਹਿਲੀ ਵਾਰ ਤਾਂ ਤੁਹਾਨੂੰ ਵੀ ਇਹ ਲੱਗਿਆ, ਫਿਰ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਬਿਲਕੁਲ ਸਾਈਡ ਲਾਈਨ 'ਤੇ ਹੋ ਗਏ। ਇਹ ਕਿਸੇ ਦੇ ਗਲੇ ਨਹੀਂ ਉਤਰ ਰਿਹਾ ਕਿ ਆਖਰਕਾਰ ਐਡਾ ਵੱਡਾ ਚਮਤਕਾਰ ਰਾਤੋਂ ਰਾਤ ਤੱਕ ਕਿਵੇਂ ਹੋ ਗਿਆ। ਯਾਨੀ ਕਿ ਇਸ ਚੀਜ਼ ਦੀ ਕੋਈ ਸਾਂਝ, ਕਿਉਂਕਿ ਜਦੋਂ ਫਿਰ ਤਾਂ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ ਹੋਣੀਆਂ, ਹੁਣ ਤਾਂ ਚਲੋ ਬੀਬੀ ਜੀ ਕਹਿਣ ਦਾ ਮਤਲਬ ਖੁੱਲ੍ਹ ਕੇ ਤੁਹਾਡੇ ਨਾਲ ਹੀ ਨੇਗੇ, ਜਦੋਂ ਕੋਈ ਇਹੋ ਜਿਹੀ ਕੀ ਜੇ ਕਹੀਏ ਕਿ ਰਾਤੋਂ ਰਾਤ ਚਮਤਕਾਰ ਹੋ ਗਿਆ, ਜਾਂ ਕੀ ਬਿਲਕੁਲ ਸਾਈਡ ਲਾਈਨ ਹੋਣ ਦੀ ਸੋਚੀ? ਕਿਉਂਕਿ ਜੇ ਦੇਖਿਆ ਜਾਵੇ ਅਕਾਲੀ ਦਲ ਦੇ ਵੱਲੋਂ ਜੇ ਉਹਨਾਂ ਨੂੰ ਸੋਚੀਏ, ਚਲੋ ਬਾਕੀ ਭਾਵੇਂ
ਭਾਵੇਂ ਆਰੋਪ ਉਹਨਾਂ ਤੇ ਜਿਹੇ ਜਿਹੇ ਮਰਜ਼ੀ ਨੇ, ਪਰ ਮੰਤਰੀ ਬਣਾਉਣਾ, ਉਹ ਮਾੜੇ ਟਾਈਮਾਂ ਦੇ ਵਿੱਚ ਵੀ ਉਹਨਾਂ ਦੇ ਨਾਲ ਖੜਨਾ ਕਿ ਜਿਸ ਟਾਈਮ ਦੇ ਦੌਰਾਨ ਬੀਬੀ ਤੇ ਬਹੁਤ ਵੱਡੇ ਆਰੋਪ ਸੀਗੇ ਆਪਦੇ ਪਰਿਵਾਰ ਨੂੰ ਲੈ ਕੇ। ਅਜਿਹੀਆਂ ਚੀਜ਼ਾਂ ਤੋਂ ਬਾਅਦ ਆਖਰਕਾਰ ਬੀਬੀ ਇੱਕੋ ਲਖਤ ਸਟੈਪ ਕਰਦੀ ਆ ਤਾਂ ਅਕਾਲੀ ਦਲ ਦੀ ਉਹ ਗੱਲ ਕਿਤੇ ਨਾ ਕਿਤੇ ਲੋਕਾਂ ਨੂੰ ਸੱਚੀ ਲੱਗਣ ਲੱਗ ਜਾਂਦੀ ਹੈ ਵੀ ਹੋ ਸਕਦਾ ਸ਼ਾਇਦ ਪਿੱਛੋਂ ਕੋਈ ਵੱਡੀ ਆਫਰ ਬੀਜੇਪੀ ਕੰਨੀ ਆਈ ਹੋਵੇ, ਤਾਈਓ ਕਰਕੇ ਬੀਬੀ ਨੇ ਐਡਾ ਵੱਡਾ ਸਟੈਪ ਲੈ ਲਿਆ। ਨਹੀਂ, ਮੈਨੂੰ ਨਹੀਂ ਲੱਗਦਾ ਕਿ ਜਿਹੜਾ ਬੰਦਾ, ਦੇਖੋ ਹੁਣ ਸਾਡਾ ਛੋਟਾ ਜਿਹਾ ਗਰੁੱਪ ਆ, ਠੀਕ ਹੈ ਨਾ ਗੱਲ, ਅੱਜ 7 ਸਾਲਾਂ 'ਚ ਸਾਡਾ ਇੱਕ ਬੰਦਾ ਨਹੀਂ ਡਿੱਗਿਆ ਹੈਗਾ। ਭਾਵੇਂ ਦੂਜੇ ਪਾਸਿਓਂ ਵੱਡੀਆਂ ਵੱਡੀਆਂ ਆਫਰਾਂ ਮੈਨੂੰ ਵੀ ਆਉਂਦੀਆਂ ਰਹੀਆਂ, ਐਗਤੀ ਵੀ ਸੀ, ਪਿਛਲੀ ਵਾਰ ਵੀ ਸੀ, ਕੋਈ ਨਹੀਂ ਜਾਂਦਾ ਹੁੰਦਾ, ਐਦਾਂ ਨਹੀਂ ਹੁੰਦਾ। ਦਰਅਸਲ ਕੋਈ ਤਾਂ ਗੱਲ ਹੁੰਦੀ ਆ ਜਿਸ ਨੇ, ਜਿਵੇਂ ਉਹ कहता ना भी यूं ही कोई बेईमान नहीं होता, कुछ तो मजबूरियां रही होंगी। आखिर कोई तो कोई गल हुंदी होए ना ਜਿਹੜਾ ਅਗਲਾ ਐਡਾ ਸਟੈਪ ਲੈਂਦਾ। ਜਿਹੜੀ ਗੱਲ ਹਾਂ ਅਕਾਲੀ ਦਲ ਕਰਦਾ ਨਾ ਵੀ ਅਸੀਂ ਉਹਨਾਂ ਨੂੰ ਆ ਰੁਤਬੇ ਦਿੱਤੇ, ਮਾੜੇ ਸਮੇਂ 'ਚ ਨਾਲ ਖੜੇ, ਮਾੜਾ ਸਮਾਂ ਵੀ ਅਕਾਲੀ ਦਲ ਦੇ ਕਾਰਨ ਆਇਆ ਉਹਨਾਂ ਤੇ। ਤੁਸੀਂ ਮੈਨੂੰ ਇਹ ਦੱਸੋ, ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਾ ਇੱਕ ਵਾਹਦ ਲੀਡਰ ਕੌਮ ਦਾ, ਉਹਦੇ ਸਾਹਮਣੇ ਬੀਬੀ ਹੋਰਾਂ ਨੂੰ ਖੜਾ ਕੀਤਾ। ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੂੰ ਉੱਥੋਂ ਲਾਉਣ ਵਾਸਤੇ ਆਪਣਾ ਬੀਬੀ ਦਾ ਨਾਮ ਬੋਲਦਾ, ਉਹਦੇ 'ਚ ਬੀਬੀ ਦਾ ਨਾਮ ਬੋਲਦਾ। ਮੈਂ ਤਾਂ ਭਾਈ ਰਣਜੀਤ ਸਿੰਘ ਜੀ ਉਹਨਾਂ ਦੇ ਕਮਾਲ ਸਮਝਦਾ ਕਿ ਉਹਨਾਂ ਦਾ ਐਡਾ ਵੱਡਾ ਜਿਗਰਾ ਤੇ ਐਡਾ ਵੱਡਾ ਦਿਲ ਹੈ। ਪਰ ਮੈਂ ਉਹ ਕਹਿੰਦੇ ਨੇ ਵੀ ਜੋ ਕੁਝ ਵੀ ਹੁੰਦਾ ਰਿਹਾ ਸਾਡੇ ਨਾਲ ਬਾਦਲ ਪਰਿਵਾਰ ਕਰਾਉਂਦਾ ਰਿਹਾ, ਬੀਬੀ ਦਾ ਕਿ ਬੀਬੀ ਨਾ ਹੁੰਦੀ ਕਿਸੇ ਹੋਰ ਤੋਂ ਕਰਵਾ ਦਿੰਦੇ। ਤੇ ਇਹ ਸਾਰਾ ਕੁਝ ਜਿਹੜਾ ਨਾ, ਜੇ ਉਹ ਕਹਿਣ ਵੀ ਇਹ ਸਾਰਾ ਕੁਝ ਅਸੀਂ ਉਹਨਾਂ ਤੇ ਮਤਲਬ ਸਾਰਾ ਕੁਝ ਕੀਤਾ, ਤੇ ਉਹਨਾਂ ਤੋਂ ਉਹਨਾਂ ਨੇ ਜਿੰਨਾ ਉਹਨਾਂ ਨੂੰ ਵਰਤਿਆ ਆਪਣੇ ਮਤਲਬ ਟੌਹੜਾ ਸਾਹਿਬ ਵਰਗੇ, ਦੱਸੋ ਟੌਹੜਾ ਸਾਹਿਬ ਤੇ ਕੀ ਦਾਗ ਸੀ, ਜਥੇਦਾਰ ਭਾਈ ਰਣਜੀਤ ਸਿੰਘ ਤੇ ਕੀ ਦਾਗ ਸੀ? ਉਹ ਸਿਰਫ ਇਹ ਸੀ ਕਿ ਬਾਦਲ ਦੀ ਜਿਹੜੀ ਸਿਆਸਤ ਹੈ ਉਹ ਨਹੀਂ ਸੀ ਬਚਦੀ, ਉਹਨੂੰ ਮਾਰਨ ਵਾਸਤੇ ਆਪਣਾ ਅਕਾਲ ਤਖਤ ਤੇ ਕਬਜ਼ਾ ਕਰਨ ਲਈ, ਆਪਣਾ ਸ਼੍ਰੋਮਣੀ ਕਮੇਟੀ ਤੇ ਪੂਰਾ ਕਬਜ਼ਾ ਕਰਨ ਲਈ, ਉਹਦੇ ਲਈ ਉਹਨੇ ਭਾਈ ਰਣਜੀਤ ਸਿੰਘ ਹੋਰਾਂ ਨੂੰ ਜਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੋਰਾਂ ਨੂੰ ਸਾਈਡ ਲਾਈਨ ਕਰਤੇ ਤੇ ਬੀਬੀ ਨੂੰ ਹਥਿਆਰ ਬਣਾ ਕੇ ਜਿਹੜਾ ਵਰਤਿਆ। ਤੇ ਕੁਦਰਤੀ ਹੁੰਦਾ, ਕੁਦਰਤ ਦਾ ਨਿਯਮ ਹੈ। ਕਈ ਵਾਰੀ ਜਿਹੜਾ ਹਥਿਆਰ ਕਿਸੇ ਤੇ ਚਲਾਇਆ ਹੋਵੇ ਨਾ, ਉਹ ਪਤਾ ਨਹੀਂ ਹੁੰਦਾ ਵੀ ਕਦੋਂ ਬੈਕਫਾਇਰ ਕਰ ਜਾਵੇ। ਬਸ ਇਹ ਉਹੀ ਕੁਛ ਹੋਇਆ ਮੇਰੇ ਹਿਸਾਬ ਨਾਲ। ਕੁੱਲ ਮਿਲਾ ਕੇ ਜੇ ਹੁਣ ਕਹੀਏ ਕਿ ਜਦੋਂ ਹੁਣ ਆਖਰੀ ਪੋਸਟ ਤੇ ਆਉਂਦੇ ਆ ਕਿ ਜਿਵੇਂ ਹੁਣ ਅਕਾਲੀ ਦਲ ਦਾ ਜਿਹੜੇ ਹਿਸਾਬ ਦੇ ਨਾਲ ਇੱਕ ਪਹੁੰਚ ਉਹ ਸੀ, ਜਾਂ ਕਹੀਏ ਕਿ ਇੱਕ ਰੁਤਬਾ ਉਹ ਸੀ ਅਕਾਲੀ ਦਲ ਦਾ ਕਿ ਹਾਂ ਸਿੱਧਾ ਪੰਥਕ ਤੌਰ ਤੇ ਦੇਖਿਆ ਜਾਂਦਾ ਸੀ। ਇੱਕ ਥਾਂ ਉਹ ਵੀ ਆਈ ਕਿ ਇੱਕ ਵਾਰੀ ਅਕਾਲੀ ਦਲ ਇਹ ਗੱਲ ਵੀ ਕਹਿੰਦਾ ਕਿ ਕਿਤੇ ਨਾ ਕਿਤੇ ਵੱਡੇ ਵੱਡੇ ਸੈਕਰੀਫਾਈਸ ਕਰਨ ਨੂੰ ਤਿਆਰ ਹੋ ਜਾਂਦੇ ਨੇ ਉਹ ਕਿ ਹਾਂ ਹੁਣ ਅਸੀਂ ਜਿਵੇਂ ਪਹਿਲਾਂ ਉਹਨਾਂ ਨੇ ਭੁੱਲ ਬਖਸ਼ਾ ਲਈ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ। ਅਜਿਹਾ ਸਮਾਂ ਦੇ ਵਿੱਚ ਕੀ ਤੁਹਾਨੂੰ ਕੋਈ ਅਸੈਸਮੈਂਟ ਕੀਤੀ ਹੋਣੀ ਹੈ ਕਿ ਇੰਨਾ ਜ਼ਿਆਦਾ ਬੈਕਫੁੱਟ ਤੇ ਅਕਾਲੀ ਦਲ ਕਿਵੇਂ ਆ ਗਿਆ, ਜਾਂ ਇੰਨਾ ਗਿਰਾਵਟ ਕਿਵੇਂ ਆ ਗਈ ਕਿ ਆਖਰਕਾਰ ਲੋਕ ਅਕਾਲੀ ਦਲ ਦੇ ਨਾਲ ਨਾਲ ਐਸਜੀਪੀਸੀ ਨੂੰ ਵੀ ਦੇਖਣ ਲੱਗੇ, ਕਹਿੰਦੇ ਉਹ ਵੀ ਰੁਤਬਾ ਜਿਹੜਾ ਐਸਜੀਪੀਸੀ ਦਾ ਜੇ ਕਿਹਾ ਜਾਵੇ ਕਿਸੇ ਸਮੇਂ ਸੀ, ਸ਼ਾਇਦ ਮੈਨੂੰ ਨਹੀਂ ਲੱਗਦਾ ਅੱਜ ਹੈਗਾ। ਦੇਖੋ ਉਹ ਤਾਂ ਜਮੇ ਨਹੀਂ ਰਿਹਾ। ਇੱਕ ਤੁਸੀਂ ਜੇ ਗੰਭੀਰਤਾ ਨਾਲ ਸੋਚੋ ਨਾ ਇਸ ਗੱਲ ਨੂੰ, ਜੋ ਮੈਂ ਮਹਿਸੂਸ ਕਰ ਰਿਹਾ, ਦੇਖੋ ਦੋ ਗੱਲਾਂ, ਡੇਰਾ ਸਿਰਸਾ ਦੀ ਮਾਫੀ ਤੇ ਇੱਕ ਬਰਗਾੜੀ ਕਾਂਡ, ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਇਹ ਤਿੰਨ ਘਟਨਾਵਾਂ ਨੇ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਇੱਕਦਮ ਭੜਕ ਜਾਂਦੇ ਨੇ ਅਕਾਲੀ, ਇਹ ਕਹਿੰਦੇ ਨੇ ਜੀ 84 ਦੀ ਗੱਲ ਨਹੀਂ ਕਰਦੇ, ਫਲਾਣੇ ਦੀ ਗੱਲ ਨਹੀਂ ਕਰਦੇ, ਢਿਮਕੇ ਨਹੀਂ ਕਰਦੇ। ਪਹਿਲੀ ਤਾਂ ਗੱਲ ਇਹ ਵੀ 84 ਕਰਨ ਵਾਲੇ ਕੌਣ ਨੇ? ਉਹ ਸਿੱਖਾਂ ਦੇ ਹਮੇਸ਼ਾ ਹੀ ਵਿਰੋਧੀ ਮੰਨੇ ਗਏ, ਤੇ ਜਿਹੜੇ ਸਿੱਖਾਂ ਦੇ ਵਿਰੋਧੀ ਹੋਣਗੇ ਉਹ ਪਤਾ ਹੀ ਹੁੰਦਾ ਵੀ ਦੁਸ਼ਮਣ ਨੇ ਜਾਂ ਵਿਰੋਧੀ ਨੇ ਕੁਛ ਕਰਨਾ, ਵੀ ਪ੍ਰਪੇਅਰਡ, ਅੱਗੋਂ ਪ੍ਰਪੇਅਰ ਹੁੰਦੇ ਆ। ਪਰ ਕਦੇ ਅਸੀਂ ਤੁਹਾਤੋਂ ਉਮੀਦ ਰੱਖ ਸਕਦੇ ਸੀ ਕਿ ਤੁਹਾਡੇ ਸਿਰ ਤੇ ਨੀਲੀ ਪੱਗ ਬੰਨੀ ਹੋਈ ਆ ਕਿ ਜਿਹੜਾ ਕੁਛ 84 ਵਾਲਿਆਂ ਨੇ ਕੀਤਾ ਤੇ ਉਹ ਵੀ ਤੁਸੀਂ ਵੀ ਕਰੋ ਸਿੱਖਾਂ ਦੇ ਨਾਲ? ਫਿਰ ਤੁਸੀਂ ਇਹ ਜਸਟੀਫਾਈ ਕਰੋ ਕਿ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ, ਸਾਡੀ ਗੱਲ ਕਿਉਂ ਨਹੀਂ ਕਰਦੇ? ਬਈ ਗੱਲ ਇਹ ਆ, ਉਹ 20 ਵਾਰ ਹੋਰ ਕਰਨ ਤੇ ਕੌਮ ਲੜ ਲੂਗੀ, ਪਰ ਕਹਿੰਦੇ ਨੇ ਕਿ ਜਦੋਂ ਆਪਣਾ ਮਾਰਦਾ ਨਾ ਉਹ ਬਰਦਾਸ਼ਤ ਨਹੀਂ ਹੁੰਦੀ। ਹੁਣ ਗੱਲ ਇਹ ਆ, ਮੈਂ ਇੱਕ ਗੱਲ ਬੜੀ ਸਪਸ਼ਟ ਕਰਦਾ, ਇਹ ਇੱਕ ਗੱਲ ਦਾ ਬਹੁਤ ਜ਼ੋਰ ਨਾਲ ਕਹਿੰਦੇ ਨੇ ਜੀ ਵੀ ਅਕਾਲੀ ਦਲ ਕਦੇ ਜਾਂ ਬਾਦਲ ਪਰਿਵਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਾ ਸਕਦਾ। ਤੇ ਭਲੇ ਉਹ ਅਸੀਂ ਕਹਿੰਦੇ ਕਾਹਨੂੰ ਵੀ ਤੁਸੀਂ ਬੇਅਦਬੀ ਕਰਵਾਈ ਹੈ? ਮੈਂ ਤਾਂ ਸਮਝਦਾ ਕਿ ਇਹ ਇੱਕ ਪਾਪ ਹੈ ਜੇ ਅਸੀਂ ਇਹ ਇਲਜ਼ਾਮ ਲਾਈ ਕਿ ਵੀ ਇਹਨੇ ਬੇਅਦਬੀ ਕਰਾਈ ਹੈ ਸਿੱਖ ਤੇ, ਸਿੱਖ ਇੱਥੇ ਆ ਕੇ ਜੀ ਡੋਲ ਜਾਂਦਾ। ਪਰ ਮਸਲਾ ਇਹ ਆ ਕਿ ਜਿਹਨੇ ਬੇਅਦਬੀ ਕੀਤੀ ਤੁਸੀਂ ਬਚਾਇਆ ਕਿਉਂ ਹੈ? ਤੁਸੀਂ ਉਹ ਫੜਿਆ ਕਿਉਂ ਨਹੀਂ? ਤੁਸੀਂ ਉਹਨੂੰ ਫਾਹੇ ਕਿਉਂ ਨਾ ਲਾਇਆ? ਉਹ ਜਿਉਂਦਾ ਕਿਉਂ ਫਿਰਦਾ ਰਿਹਾ? ਐਡਾ ਕਾਰਾ ਕਰਕੇ ਟੁੱਟ ਜਣੇ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਤੁਹਾਡੀ ਯਾਰ ਰਾਜ ਦੇ ਵਿੱਚ ਖਿਲਾਰ ਦਿੱਤੇ ਰੂੜੀਆਂ ਦੇ ਉੱਤੇ। ਤੇ ਐਜ ਏ ਚੀਫ ਮਿਨਿਸਟਰ, ਐਜ ਏ ਡਿਪਟੀ ਸੀਐਮ ਤੁਹਾਨੂੰ ਨੀਂਦ ਕਿਵੇਂ ਆਈ? ਸਾਨੂੰ ਇਹ ਤਾਂ ਦੱਸ ਦਿਓ, ਜੇ ਤੁਸੀਂ ਇੰਨੇ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਹੋ। ਸਿੱਖਾਂ ਦੇ ਹਿਰਦੇ ਸੜੇ ਤੇ ਸਿੱਖ ਸੜਕਾਂ ਤੇ ਬੈਠੇ। ਸਾਡੇ ਵਰਗਿਆਂ ਨੇ ਸ਼੍ਰੋਮਣੀ ਕਮੇਟੀ ਤੋਂ ਅਸਤੀਫੇ ਦੇ ਤੇ ਯਾਰ, ਇੱਦੋਂ ਵੱਧ ਲਾਹਣਤਾ ਇਹੀ ਜਿਹੀ ਕਮੇਟੀ ਦੇ ਵਿੱਚ ਰਹਿਣ ਦਾ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਇੱਕ ਐਡੀ ਵੱਡੀ ਬੇਅਦਬੀ ਜਿਹੜੀ ਕਦੇ ਸਦੀਆਂ 'ਚ ਨਹੀਂ ਸੀ ਸਿੱਖਾਂ ਨੇ ਦੇਖੀ।
ਹਜੇ ਵੀ ਤੁਸੀਂ ਕਹੋ ਵੀ ਸਾਡੇ ਤੇ ਇਲਜ਼ਾਮ ਲੱਗਦੇ ਨੇ। ਦੂਸਰੀ ਗੱਲ, ਪਹਿਲੀ ਤਾਂ ਗੱਲ ਇਹ ਆ ਕਿ ਤੁਸੀਂ ਉਹਨੂੰ ਬਚਾਇਆ। ਦੇਖੋ, ਕਤਲ ਕਰਨ ਵਾਲੇ ਨਾਲੋਂ ਕਾਤਲ ਨੂੰ ਬਚਾਉਣ ਵਾਲਾ ਵੱਡਾ ਦੋਸ਼ੀ ਮੰਨਿਆ ਜਾਂਦਾ ਹੈ, ਜਾਂ ਕਤਲ ਕਰਵਾਉਣ ਵਾਲਾ, ਠੀਕ ਹੈ। ਨੰਬਰ 2, ਤੁਸੀਂ ਕਹਿੰਦੇ ਹੋ ਜੀ ਅਸੀਂ ਗੋਲੀ ਨਹੀਂ ਚਲਾਉਣ ਦੇ ਆਰਡਰ ਦਿੱਤੇ। ਅਸੀਂ ਇਹ ਵੀ ਮੰਨਦੇ ਹਾਂ ਵੀ ਯਾਰ ਸਿੱਖਾਂ ਦੇ ਉੱਤੇ ਸਿੱਖ ਕਿਵੇਂ ਕਹਿ ਸਕਦਾ ਗੋਲੀ ਚਲਾ ਦਿਓ। ਪਰ ਇਹ ਗੱਲ, ਤੁਸੀਂ ਸੁਮਿਤ ਸਿੰਘ ਸੈਣੀ ਨੂੰ DGP ਲਾਇਆ, ਇਹਦੀ ਜਸਟੀਫਿਕੇਸ਼ਨ ਕੀ ਆ ਤੁਹਾਡੇ ਕੋਲ? ਜਿਹਨੂੰ ਜਿੱਦਣ ਲਾਇਆ, ਅਸਲ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸਦਾ, ਮੈਨੂੰ ਯਾਦ ਆ 2012 ਦੀ, ਅਸੀਂ ਅਕਾਲੀ ਦਲ ਦੇ ਨਾਲ ਸੀ। ਜਿੱਦਣ ਇਹ ਖਬਰ ਆਈ ਸੀ ਨਾ, ਅਕਾਲੀ ਦਲ ਦਾ ਪਤਨ 2015 'ਚ ਸ਼ੁਰੂ ਨਹੀਂ ਹੋਇਆ। ਇਹ ਤਾਂ ਹੈ ਵੀ ਇੱਕ ਘਟਨਾ ਐਡੀ ਵੱਡੀ ਵਾਪਰੀ, ਉੱਥੋਂ ਸ਼ੁਰੂ ਹੋ ਗਿਆ। ਅਸਲ ਪਤਨ ਤਾਂ ਉਦਣ ਸ਼ੁਰੂ ਹੋ ਗਿਆ ਸੀ ਜਿੱਦਣ ਸੁਮਿਤ ਸਿੰਘ ਸੈਣੀ ਨੂੰ DGP ਪੰਜਾਬ ਦਾ ਲਾਤਾ ਸੀ। ਮੈਨੂੰ ਪਤਾ ਕਿ ਸਿੱਖਾਂ ਦੇ, ਸਾਨੂੰ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਦੇ ਤੌਰ ਤੇ ਮਤਲਬ ਸੰਗਤ ਦੇ ਵਿੱਚ ਕਿਸ ਕਿਸਮ ਦਾ ਰੋਸ ਸੀ। ਲੋਕੀ ਮੈਨੂੰ ਬਾਹਰੋਂ ਟੈਲੀਫੋਨ ਕਰਕੇ ਕਹਿੰਦੇ ਸੀ ਅਸਤੀਫਾ ਦੇ। ਉਹ ਤਾਂ ਬਲਟੋਹਾ ਵੀ ਕਹਿੰਦੇ ਮੈਂ ਵੀ ਇਸ ਚੀਜ਼ ਦਾ ਵਿਰੋਧ ਉਸ ਸਮੇਂ ਦੇ ਦੌਰਾਨ ਕਰਿਆ ਸੀ। ਚਲ ਬਲਟੋਹੇ ਦੇ ਵਿਰੋਧ ਦਾ ਕੀ ਆ, ਉਹ ਤਾਂ ਮਰੀ ਜਾਂਦਾ ਗੱਲਾਂ, ਉਹਨੂੰ ਕਿੰਨਾ ਕੁ ਉਹਦਾ ਪਤਾ ਹੀ ਆ ਆਪਾਂ ਨੂੰ। ਮੈਂ ਗੱਲ ਇਹ ਆ ਵੀ ਕੋਈ ਸੀਰੀਅਸ ਬੰਦਾ ਗੱਲ ਕਰੇ ਨਾ ਜੀ, ਉਹ ਗੱਲ ਸਮਝ ਆਉਂਦੀ ਹੈ। ਬਲਟੋਹੇ ਨੂੰ ਮੈਂ ਨਹੀਂ ਕਹਿੰਦਾ ਵੀ ਚਲੋ ਮਾੜੇ ਚੰਗੇ ਸਮੇਂ ਸਭ ਨੂੰ ਦੇਖਾ, ਕਮ ਸੇ ਕਮ ਇੱਕ ਯਾਰ ਪ੍ਰੈਸ ਦੇ ਵਿੱਚ ਬੈਠ ਕੇ ਇੱਕ ਜਿਹੜੀ ਤਹਿਜੀਬ ਹੁੰਦੀ ਆ, ਇੱਕ ਸਿਆਣਾ ਬਾਣਾ ਬੰਦਾ, ਇੱਕ ਚਿੱਟੀ ਦਾੜੀ ਵਾਲਾ, ਮੈਂ ਫਿਰ ਵੀ ਅਪੀਲ ਇਹ ਕਰੂੰਗਾ ਕਿ ਗੁਰਸਿੱਖਾਂ ਵਾਲੀ ਗੱਲ ਕਰੋ। ਮਤਲਬ ਜਿਹੋ ਜਿਹੀ ਭਾਸ਼ਾ ਤੁਸੀਂ ਵਰਤਦੇ ਹੋ, ਕੀ ਮਤਲਬ ਲੋਕ ਸੁਣਦੇ ਨੇ, ਮੈਨੂੰ ਨਹੀਂ ਲੱਗਦਾ ਕਿ ਇਹ ਸਾਨੂੰ ਲੈਵਲ ਦੇ ਉੱਤੇ ਆ ਜਾਣਾ ਚਾਹੀਦਾ। ਦੂਸਰੀ ਗੱਲ, ਮੈਂ ਇਹ ਮੈਂ ਇਹ ਕਹਿਣੀ ਚਾਹੁੰਦਾ, ਤੁਸੀਂ ਕਹਿੰਦੇ ਹੋ ਜੀ ਗੋਲੀ ਚਲਾਉਣ ਦਾ ਆਰਡਰ ਅਸੀਂ ਨਹੀਂ ਦਿੱਤਾ, ਇੱਕ SDM ਨੇ ਦਿੱਤਾ। ਤਾਂ SDM ਫਿਰ ਐਜ ਏ PCS ਅਫਸਰ ਕਿਵੇਂ ਪੰਜਾਬ 'ਚ ਕੰਮ ਕਰਦਾ ਰਿਹਾ? ਉਹ ਡਿਸਮਿਸ ਕਿਉਂ ਨਾ ਹੋਇਆ ਜਿਹਨੇ ਤੁਹਾਡੇ ਬਿਨਾਂ ਜਾਣਕਾਰੀ ਤੋਂ ਗੋਲੀ ਚਲਾਤੀ? ਉਹ ਪੁਲਿਸ ਅਫਸਰ ਕਿਉਂ ਨਹੀਂ ਨੌਕਰੀਆਂ ਤੋਂ ਡਿਸਮਿਸ ਹੋਏ ਜਿਨ੍ਹਾਂ ਨੇ ਐਡੀ ਵੱਡੀ ਜਿਹੜੀ ਗੱਲ ਕਰਤੀ? ਇਸ ਲਈ ਇਹਦਾ ਤੁਹਾਡੇ ਕੋਲ ਜਵਾਬ ਕੋਈ ਨਹੀਂ। ਇਹ ਅੱਜ ਵੀ ਰੋਜ਼ ਸਿੱਖਾਂ ਦੇ ਮਨਾਂ ਦੇ ਵਿੱਚ ਆ। ਹੁਣ ਅਕਾਲੀ ਲੀਡਰ ਕਹਿੰਦੇ ਨੇ ਜੀ ਉਹਦੀ ਗੱਲ ਕਰੀ ਜਾਂਦੇ ਨੇ, ਉਹਦੀ ਗੱਲ ਕਰੀ ਜਾਂਦੇ ਨੇ, ਉਹ ਇਸ ਕਰਕੇ ਗੱਲ ਹੁੰਦੀ ਰਹਿਣੀ ਆ। ਇੱਕ ਤਾਂ ਉਹਦਾ ਇਨਸਾਫ ਨਹੀਂ ਮਿਲਿਆ। ਤੁਸੀਂ 84 ਦੀ ਗੱਲ ਕਿਹੜਾ ਬੰਦ ਕਰ ਦਿੱਤੀ? ਹੁਣ ਤੱਕ ਤੁਸੀਂ ਇਲੈਕਸ਼ਨਾਂ ਜਿੱਤੀਆਂ, ਕਿੰਨਾ ਕੁ ਤੁਸੀਂ ਉਹਦੇ 'ਤੇ ਆਪਣੀਆਂ ਸਰਕਾਰਾਂ, ਹੁਣ ਬੰਦੀ ਸਿੱਖਾਂ ਦਾ ਮਸਲਾ, ਹੁਣ ਤੁਸੀਂ ਬੰਦੀ ਸਿੱਖਾਂ ਦੀ ਗੱਲ ਕਰਦੇ ਹੋ। 10 ਸਾਲ ਤੁਹਾਡੀ ਸਰਕਾਰ ਰਹੀ, ਉਹਦੇ ਵਿੱਚ ਤੁਸੀਂ ਕੀ ਕੀਤਾ ਜਦੋਂ ਤੁਸੀਂ ਕਰ ਸਕਦੇ ਸੀ? ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਜੀ, ਇਹਨਾਂ ਦੀ ਬਾਕੀ ਜਿਹੜੀ ਇਹ ਇਲੈਕਸ਼ਨ ਹੋਈ ਹੈ ਭਾਈ ਸਾਹਿਬ, ਇਹ ਇਲੈਕਸ਼ਨ ਤੁਸੀਂ ਇਹ ਦੇਖੋ ਵੀ ਹੈ ਕਿਹਦੇ ਨਾਲ ਸੀ ਇਹਨਾਂ ਦੀ। ਜਦੋਂ ਇਹ ਕਹਿੰਦੇ ਨੇ ਵੀ ਅਸੀਂ ਜਿੱਤ ਗਏ, ਮੈਂ ਤਾਂ ਹੈਰਾਨ ਇਸ ਗੱਲ ਤੋਂ ਹੈ ਵੀ ਜਿੱਤੇ ਕੀ ਤੋਂ ਨੇ। ਜ਼ਿਆਦਾ ਇਹ ਹੁੰਦਾ ਵੀ ਕੋਈ ਵਿਰੋਧੀ ਪਾਰਟੀ ਖੜੀ ਹੈ ਜੀ, ਜਾਂ ਵਿਰੋਧੀ ਮੈਂਬਰਾਂ ਨੇ ਇੰਨੀ ਕਾਰਵਾਈ ਕਰ, ਤੁਹਾਡੇ ਲੀਡਰ, ਤੁਹਾਡੇ ਵਿਸ਼ਵਾਸ ਪਾਤਰਾਂ ਦੇ ਵਿੱਚੋਂ ਵਿਸ਼ਵਾਸ ਪਾਤਰ ਲੀਡਰ, ਤੁਹਾਡਾ ਆਪਣਾ ਕੁਨਬਾ, ਤੁਹਾਡੇ 20 ਮੈਂਬਰ ਤੁਹਾਨੂੰ ਛੱਡ ਕੇ ਚਲੇ ਗਏ, 2 ਤੁਹਾਡੇ ਲੀਡਰ ਤੁਹਾਨੂੰ ਛੱਡ ਕੇ ਚਲੇ ਗਏ, ਤੇ ਤੁਸੀਂ ਕਹਿੰਦੇ ਹੋ ਵੀ ਸਾਡੀ ਜਿੱਤ ਹੁੰਦੀ ਹੈ। ਤੇ ਮੁਬਾਰਕ ਹੈ ਤੁਹਾਨੂੰ ਇਹ ਜਿੱਤ। ਫਿਰ ਸਾਨੂੰ ਤਾਂ ਇਸ ਗੱਲ ਦਾ ਮੈਂ ਕੀ ਇਤਰਾਜ਼ ਕਰ ਸਕਦਾ। ਬਿਲਕੁਲ, ਬਾਈ ਸਾਹਿਬ ਨੇ ਕਿਹਾ ਕਿ ਆਖਰ ਆਉਂਦੇ ਦਿਨਾਂ ਦੇ ਵਿੱਚ ਵੀ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਹੁਣ ਅੱਗੇ ਫੈਸਲੇ ਹੋਣਗੇ, ਖੈਰ ਇਹ ਤਾਂ ਪਹਿਲਾਂ ਵੀ ਜੇ ਕਿਹਾ ਜਾਵੇ ਜਿਵੇਂ ਇਹਨਾਂ ਨੇ ਕਈ ਆਪਦੀ ਉਂਗਲਾਂ ਤੇ ਗਣਾਤੀਆਂ ਚੀਜ਼ਾਂ, ਤੇ ਬਾਕੀ ਹੋਰ ਵੀ ਕਈ ਇਸ ਤਰ੍ਹਾਂ ਦੇ ਫੈਸਲੇ ਹੋਣੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਰੋਲ ਅਦਾ ਕਰਿਆ ਹੋਣਾ ਕਿ ਰੋਲ ਬੈਕ ਕਰੋ। ਪਰ ਦੂਜੇ ਪਾਸੇ ਕਿ ਆਉਂਦੇ ਦਿਨਾਂ ਦੀ ਸਿਆਸਤ ਆ ਜਿਹੜੀ ਉਹ ਬੜੀ ਬਦਲਣ ਵਾਲੀ ਆ। ਉਹ ਇਸ ਕਰਕੇ ਕਿਉਂਕਿ ਜਿਵੇਂ ਬੀਬੀ ਜਗੀਰ ਕੌਰ ਭਾਵੇਂ ਇਹ ਚੋਣ ਦੇ ਵਿੱਚ, ਹਾਲਾਂਕਿ ਜਿੰਨੇ ਵਿਰੋਧੀ ਨੇ ਉਹ ਸਾਰੇ ਉਹਨੂੰ ਜਿੱਤਿਆ ਹੋਇਆ ਮੰਨਦੇ ਨੇ ਕਿ ਚਾਹੇ ਸਿਆਸੀ ਦਲਾਂ ਦੇ ਵੀ ਹੋਣ, ਪਰ ਨਾਲ ਇਹ ਗੱਲ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਹੁਣ ਫੈਸਲੇ ਹੋਣੇ ਨੇ ਉਹ ਵੀ ਬੜੇ ਸੋਚ ਸਮਝ ਕੇ ਹੋਣੇ ਨੇ, ਕਿਉਂਕਿ ਅੱਗੇ ਫਿਰ ਵਿਰੋਧ ਕਰਨ ਵਾਸਤੇ ਬੈਠੇ ਨੇ। ਵਿਰੋਧ ਦਾ ਮਤਲਬ ਇਹ ਕਿ ਆਖਰ ਜੇ ਉਹ ਫੈਸਲਾ ਚੰਗਾ ਨਹੀਂ ਲੱਗਦਾ, ਕਿ ਇਹ ਸਮਾਜਿਕ ਤੌਰ ਤੇ ਠੀਕ ਨਹੀਂ, ਜਾਂ ਕਹੀਏ ਕਿ ਸਿੱਖੀ ਵਾਸਤੇ ਠੀਕ ਨਹੀਂ, ਤਾਂ ਉਹਦੇ ਰੋਲ ਬੈਕ ਕਰਾਉਣ ਵਾਸਤੇ ਭਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਪਊਗਾ। ਤੇ ਭਾਈ ਸਾਹਿਬ ਨੇ ਇੰਨੀ ਗੱਲ ਤਾਂ ਸਪਸ਼ਟ ਕਰਤੀ ਕਿ ਆਖਰਕਾਰ ਸਿੱਖੀ ਸਿਧਾਂਤਾਂ ਦੇ ਉੱਤੇ ਜਦੋਂ ਗੱਲ ਕਰਨੀ ਜਿਵੇਂ ਪਹਿਲਾਂ ਕਰਦੇ ਸੀ, ਉਹ ਤਾਂ ਨਿਰੰਤਰ ਅੱਗੇ ਵੀ ਹੁੰਦੀ ਰਹੂਗੀ। ਪਰ ਆਖਰਕਾਰ ਅਕਾਲੀ ਦਲ ਵਾਸਤੇ ਸੋਚਣ ਲਈ ਬਹੁਤ ਸਾਰੀਆਂ ਚੀਜ਼ਾਂ ਨੇ। ਜਿੱਤ ਦੀ ਖੁਸ਼ੀ ਨਾਲੋਂ ਜ਼ਿਆਦਾ ਇਹ ਹੈ ਕਿ ਆਖਰ ਆਪਦੇ ਟੁੱਟਦੇ ਜਾਂਦੇ ਨੇ ਤੇ ਆਪਦੀ ਖੁਦ ਨੂੰ ਹਰਾਉਣ ਲੱਗ ਜਾਣ, ਤਾਂ ਉਦੋਂ ਵੱਡੀ ਲੱਗਦਾ ਕਿ ਚਿੰਤਾ ਦਾ ਵਿਸ਼ਾ ਕੁਛ ਨਹੀਂ ਹੋਊਗਾ। ਤੇ ਨਾਲ ਆਉਂਦੇ ਦਿਨਾਂ ਦੇ ਵਿੱਚ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਕਵਰ ਅਪ ਪਾਉਣਗੀਆਂ, ਕਿਉਂਕਿ ਰੋਸ ਲਗਾਤਾਰ ਘਟਣ ਦੀ ਥਾਵੇਂ ਵੱਧਦਾ ਹੋਇਆ ਦਿਖਾਈ ਦਿੰਦਾ। ਸੀਨੀਅਰ ਵੀਡੀਓ ਜਰਨਲਿਸਟ ਵਿੰਤੇਜ ਦੇ ਨਾਲ ਸੁਮਿਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।